नानक पग पंकज बंदन, पग पंकज बंदन। सिमरो अंगद दुख निकंदन। अमरदास गुर हृदय त्यावो, हृदय त्यावो। श्री गुरु रामदास गुण गावो। श्री अर्जन बिघ्नन के नाशक, बिघ्नन के नाशक। श्री हर गोबिंद शोभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह विशाल। धरों धरा पर पुन पुन सीसा, पुन पुन सीसा। बंदहु बार बार जगदीशा। जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। एक ओंकार सतगुरु, तेह प्रसाद सच होए। वाहेगुरु जी की फतेह। बिघ्न विनाशन सोए। धन धन सच्चे पातशाह गरीब नवाज अंतरजामी, दीन दुनिया दे मालिक, चबर छतर तखत दे मालिक, राजन के राजा महाराजन के महाराजा, लोक परलोक के मालिक सच्चे पातशाह, सदा ही मेहरबान बख्शिशां वाले दयालु कृपालु सच्चे पातशाह जी महाराज, दीन दयाल कृपाल अंतरजामी पूਰਨ पार ब्रह्म परमेश्वर, वाहेगुरु अकाल पुरख स्वरूप सच्चे पातशाह, धन धन अंतरजामी सच्चे पातशाह जी महाराज, धन धन सतगुरु श्री गुरु ग्रंथ साहिब जी महाराज। बड़े ही प्रेम नाल सब सिख संगतां कहो जी, धन धन श्री गुरु ग्रंथ साहिब जी महाराज। महाराज सच्चे पातशाह जी की पवित्र हजूरी विच सज के गुरु प्यारियां पासों आप जी ने सच्चे पातशाह जी की अमृतमयी रसमयी सुख देण वाली बाणी का कीर्तन सरवण किया है। सतगुरां वल्लों वाहिगुरु जी वल्लों बख्शी हुई जिंदगी, बख्शे हुए सवासां नूं मालिक सच्चे पातशाह जी की हजूरी विच बैठ के गुरु जी के गुण सुन के, गुरु जी के दर्शन करके अपने सवासां नूं सफलियां कीता है। जिंदगी के समय नूं कीमती बनाया। आओ बड़े प्रेम नाल सारियां संगतां दास जी ते अपनी हाजरी हजूर सच्चे पातशाह महाराज जी के चरनां विच लवाओ जी। दोवें हथ जोड़ के गज के फतेह बुलाओ जी। वाहिगुरु जी का खालसा, वाहिगुरु जी की फतेह। बड़े प्रेम नाल सब संगतां उचारण करो जी। धन धन श्री गुरु हरगोबिंद साहिब जी महाराज। धन श्री गुरु हरगोबिंद साहिब जी।
ਸਤਿਗੁਰੂ ਗਰੀਬ ਨਵਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਸਭ ਸੰਗਤਾਂ ਹੀ ਹਰ ਰੋਜ਼ ਹੀ ਸਰਵਣ ਕਰਦੇ ਹੋ। ਕੱਲ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀ। ਸੱਚੇ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਜੀ ਦੀ ਧਰਤੀ ਵਿੱਚ ਤੇ ਬਾਬਾ ਗੁਰਦਿੱਤਾ ਜੀ ਵੱਲੋਂ ਲਵਾਏ ਹੋਏ ਬਾਗ ਵਿੱਚ ਗਏ ਜੀ। ਸਮੇਤ ਫੌਜਾਂ ਦੇ ਸੰਗਤਾਂ ਦੇ ਮਹਾਰਾਜ ਬਾਗ ਵੇਖਣ ਗਏ। ਉੱਥੇ ਬੜੇ ਰੁੱਖ ਸਨ, ਅਮਰੂਦ ਦਾ, ਆੜੂ ਦਾ, ਪਤਾ ਨਹੀਂ ਕਿਹੜੇ ਕਿਹੜੇ ਰੁੱਖ ਸਨ ਜੀ। ਬੜੇ ਤਰ੍ਹਾਂ ਦੇ ਫੁੱਲ ਵੀ ਸਨ। ਸ੍ਰੀ ਹਰਿਰਾਏ ਸਾਹਿਬ ਜੀ ਥੋੜਾ ਜਿਹਾ ਪਿੱਛੇ ਰਹਿ ਗਏ। ਉਸ ਤੋਂ ਬਾਅਦ ਉਹ ਜਦੋਂ ਬਾਗ ਵਿੱਚ ਪਹੁੰਚੇ, ਛੇਤੀ ਛੇਤੀ ਗੁਰੂ ਹਰਗੋਬਿੰਦ ਸਾਹਿਬ ਕੋਲ ਪਹੁੰਚਣ ਦਾ ਫੁਰਨਾ ਬਣਾਇਆ। ਜਿਹੜਾ ਉਹਨਾਂ ਜਾਮਾ ਪਾਇਆ ਸੀ, ਇਹ ਵੀ ਆਪ ਜੀ ਨੇ ਕੱਲ ਸੁਣਿਆ ਸੰਗਤ ਜੀ। ਚਿੱਟੇ ਰੰਗ ਦਾ ਜਾਮਾ 36 ਚੋੜੀਆਂ 36 ਕਲੀਆਂ ਵਾਲਾ ਪਾਇਆ ਜੀ ਉਹਨਾਂ ਨੇ। ਹਾਂਜੀ, ਚਿੱਟੇ ਰੰਗ ਦਾ ਦਸਤਾਰਾ ਤੇ ਮੋਢੇ ਤੇ ਚਿੱਟੇ ਰੰਗ ਦਾ ਹੀ ਪਰਨਾ ਰੱਖਿਆ ਹੋਇਆ ਸੀਗਾ ਜੀ। ਗੁਰਮਤਿ ਮਰਜ਼ਾਦਾ ਵਾਲੇ ਕੱਪੜੇ ਸਨ। ਜਦੋਂ ਛੇਤੀ ਛੇਤੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਦਾ ਫੁਰਨਾ ਬਣਾਇਆ ਤੇ ਜਾਮੇ ਦੀਆਂ ਕਲੀਆਂ ਇੱਕ ਪਾਸੋਂ ਇੱਕ ਫੁੱਲ ਨਾਲ ਅੜ ਗਈਆਂ। ਜਦੋਂ ਜਾਮਾ ਖਿੱਚਿਆ ਜੀ ਤੇ ਫੁੱਲ ਟਾਹਣੀ ਨਾਲੋਂ ਟੁੱਟ ਗਿਆ ਤੇ ਵੱਖਰਾ ਹੋ ਗਿਆ ਜੀ। ਛੇਤੀ ਛੇਤੀ ਚਲੇ ਗਏ ਜੀ। ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਬਾਗ ਵਿੱਚ ਸਿੱਖਿਆ ਦੇ ਰਹੇ ਸਨ ਜੀ। ਉਹਦੇ ਤੋਂ ਬਾਅਦ ਗੁਰੂ ਜੀ ਜਦੋਂ ਵਾਪਸ ਆਉਣ ਲੱਗ ਪਏ, ਉਸ ਥਾਂ ਤੇ ਰੁਕ ਗਏ। ਪੁੱਛਿਆ ਵੀ ਫੁੱਲ ਕਿਹਦੇ ਕੋਲੋਂ ਟੁੱਟਿਆ। ਜਿਹੜੇ ਮਹਾਰਾਜ ਜੀ ਦੇ ਨਾਲ ਸਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ, ਉਹਨਾਂ ਦੱਸਿਆ ਵੀ ਇਹ ਫੁੱਲ ਹਰਿਰਾਏ ਸਾਹਿਬ ਜੀ ਪਾਸੋਂ ਟੁੱਟ ਗਿਆ। ਉਹਨਾਂ ਕਿਹਾ ਅੱਛਾ। ਕਹਿਣ ਲੱਗੇ ਜੀ ਹਾਂ। ਫਿਰ ਉੱਥੇ ਸਿੱਖਿਆ ਦਿੱਤੀ, ਕਿਹਾ ਜੇ ਜਾਮਾ ਵੱਡਾ ਪਾਉਣਾ ਹੈ ਤੇ ਜਾਮੇ ਨੂੰ ਬੜਾ ਸੰਕੋਚ ਕੇ ਚੱਲਣਾ ਹੈ। ਇੰਨੀ ਗੱਲ ਹੀ ਕੀਤੀ ਜੀ। ਸਾਰੀ ਜ਼ਿੰਦਗੀ ਜੀਵਨ ਪਰਯੰਤ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਇਹ ਬਚਨ ਨਿਭਾਇਆ ਜੀ। ਬਸ ਉਸ ਦਿਨ ਤੋਂ ਹੀ ਜਾਮਾ ਸੰਕੋਚ ਲਿਆ ਜੀ। ਜਿਤਨਾ ਚਿਰ ਮਹਾਰਾਜ ਜੀ ਸਰੀਰ ਕਰਕੇ ਰਹੇ, ਉਹਨਾਂ ਚਿਰ ਤੱਕ ਜਾਮਾ ਸੰਕੋਚ ਕੇ ਰੱਖਿਆ ਜੀ। ਮਹਾਰਾਜ ਜੀ ਨੇ ਬੜੀ ਪ੍ਰਸੰਨਤਾ ਕੀਤੀ, ਬੜੀ ਪ੍ਰਸੰਨਤਾ ਜੀ। ਵੇਖੋ, ਆਮ ਤੌਰ ਤੇ ਚਲੋ ਗੁਰੂਆਂ ਵਾਸਤੇ ਗਲਤੀ ਸ਼ਬਦ ਤੇ ਨਹੀਂ, ਪਰ ਬਾਹਰੀ ਤੌਰ ਤੇ ਵੇਖਿਆ ਜਾਵੇ, ਇਹੋ ਜਿਹੇ ਸਮੇਂ ਵੀ ਗੱਲ ਮੰਨ ਕੇ ਤੇ ਗੁਰੂ ਜੀ ਦੀ ਬੜੀ ਵੱਡੀ ਖੁਸ਼ੀ ਪ੍ਰਾਪਤ ਕਰਦੀ ਜੀ। ਉਸ ਦਿਨ ਤੋਂ ਬਾਅਦ ਮਹਾਰਾਜ ਨੇ ਜਦੋਂ ਵੇਖਿਆ ਜੀ, ਵੇਖਿਆ ਆਪਣਾ ਜਾਮਾ ਜਿਹੜਾ ਉਹ ਸੰਕੋਚ ਕੇ ਚੱਲਣ ਦਏ ਨੇ, ਸਾਡੀ ਸਿੱਖਿਆ ਮੰਨੀ ਹੈ। ਮਹਾਰਾਜ ਨੂੰ ਬੜੀ ਖੁਸ਼ੀ ਹੋਈ ਵੀ ਇਹ ਜਿੱਥੇ ਧੀਰਜ ਧਾਰੀ ਨੇ, ਜਿੱਥੇ ਇਹਨਾਂ ਵਿੱਚ ਹੋਰ ਗੁਣ ਨੇ, ਉਥੇ ਵੀ ਇਹਨਾਂ ਵਿੱਚ ਬੜਾ ਵੱਡਾ ਗੁਣ ਹੈ। ਸਾਡੀ ਸਿੱਖਿਆ ਨੂੰ ਮੰਨ ਕੇ ਤੇ ਜਾਮਾ ਸੰਕੋਚ ਕੇ ਚੱਲਣ ਲੱਗ ਪਏ ਜੀ। ਮਾਤਾ ਮਰਵਾਹੀ ਜੀ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਦਾ ਅੰਦਰੋਂ ਅੰਦਰੀ ਜਿਹੜਾ ਫੁਰਨਾ ਹੈ, ਉਹ ਜਿਹੜੀ ਗੱਦੀ ਹੈ, ਗੁਰਤਾ ਗੱਦੀ ਹੈ, ਉਹ ਇਹਨਾਂ ਨੇ ਆਪਣੇ ਪੋਤਰੇ ਹਰਿਰਾਏ ਸਾਹਿਬ ਜੀ ਨੂੰ ਦੇ ਦੇਣੀ ਜੀ। ਮਾਤਾ ਮਰਵਾਹੀ ਜੀ ਨੇ ਇੱਕ ਦਿਨ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਡੇ ਵੱਡੇ ਸਪੁੱਤਰ ਸਨ ਬਾਬਾ ਗੁਰਦਿੱਤਾ ਜੀ, ਬੜੇ ਯੋਗ, ਬੜੀ ਵੱਡੀ ਯੋਗਤਾ ਰੱਖਦੇ ਸਨ। ਅਚਾਨਕ ਹੀ ਉਹ ਸਰੀਰ ਤਿਆਗ ਗਏ। ਚਲੋ ਪਰਮੇਸ਼ਰ ਦਾ, ਵਾਹਿਗੁਰੂ ਜੀ ਦਾ ਭਾਣਾ, ਉਹਨਾਂ ਦਾ ਵੱਡਾ ਪੁੱਤਰ ਵੱਖਰਾ ਹੋ ਗਿਆ, ਛੋਟੇ ਆਪ ਜੀ ਪਾਸ ਰਹਿਣ ਲੱਗ ਪਏ ਨੇ। ਪਰ ਮੈਨੂੰ ਇਹ ਪਤਾ ਲੱਗਾ ਵੀ ਜਿਹੜੀ ਗੁਰਤਾ ਗੱਦੀ ਤੁਸੀਂ ਛੋਟਿਆਂ ਨੂੰ ਦੇ ਦੇਣੀ ਹੈ, ਹਰਿਰਾਏ ਸਾਹਿਬ ਨੂੰ ਦੇ ਦੇਣੀ। ਮਹਾਰਾਜ ਸਾਡੇ ਪੁੱਤਰ ਤੇ ਫਿਰ ਵਾਂਝੇ ਹੀ ਰਹਿ ਗਏ। ਮਹਾਰਾਜ ਮਰਵਾਹੀ ਜੀ ਨੂੰ ਕਹਿਣ ਲੱਗੇ, ਮਰਵਾਹੀ ਜੀ, ਬਾਬਾ ਸੂਰਜਮਲ ਜੀ ਦਾ ਬੜਾ ਤੇਜ ਪ੍ਰਤਾਪ ਹੈ। ਸੂਰਜਮਲ ਜੀ ਦੀ ਆਪਣੀ ਵੱਖਰੀ ਭਗਤੀ ਹੈ। ਸਾਡੇ ਘਰ ਵਿੱਚ ਪੁੱਤਰ ਬਣ ਕੇ ਪੈਦਾ ਹੋਏ, ਇਹ ਵੀ ਬੜੀ ਵੱਡੀ ਗੱਲ ਹੈ। ਕਹਿਣ ਲੱਗੇ ਬਾਕੀ ਸਿੱਖ ਸੰਗਤਾਂ ਉਹਨਾਂ ਦੇ ਅਨੁਸਾਰ ਹੀ ਨੇ, ਗੱਲ ਕੋਈ ਨਹੀਂ। ਪਰ ਮਾਤਾ ਜੀ ਕਹਿਣ ਲੱਗੇ ਜੀ ਉਹ ਸਿਆਣੇ ਬੜੇ ਨੇ, ਉਹ ਬੁੱਧੀ ਤੋਂ ਕੰਮ ਲੈਂਦੇ ਨੇ। ਸਤਿਗੁਰੂ ਕਹਿਣ ਲੱਗੇ, ਮਰਵਾਹੀ ਜੀ, ਗੁਰਤਾ ਗੱਦੀ ਤੇ ਬੈਠਣ ਦਾ ਤੇ ਸਿਆਣਪ ਦਾ ਕੋਈ ਸੰਬੰਧ ਨਹੀਂ ਹੈਗਾ। ਕਹਿਣ ਲੱਗੇ ਸਿਆਣੇ ਤੇ ਦੁਨੀਆ ਵਿੱਚ ਹੋਰ ਵੀ ਬੜੇ ਲੋਕ ਨੇ, ਗੱਜ ਕੇ ਆਖੋ ਵਾਹਿਗੁਰੂ। ਬੜੇ ਬੜੇ ਕਹਿੰਦੇ ਲੋਕ, ਹਾਂਜੀ, ਉਹ ਆਪਣੇ ਆਪ 'ਚ ਸਿਆਣੇ ਹੈਗੇ ਜੀ, ਸਿਆਣੇ ਹੈਗੇ। ਅੱਜ ਹੀ ਇੱਕ ਬੰਦੇ ਨਾਲ ਗੱਲ ਹੋ ਰਹੀ ਸੀ, ਉਹ ਇਸ ਤਰ੍ਹਾਂ ਆਖੇ ਜੀ ਵੀ ਮੈਂ ਤੇ ਮੂਰਖ ਹੈਗਾ ਜੀ। ਹਾਂਜੀ, ਆਪਣੇ ਆਪ ਨੂੰ ਮੂਰਖ ਆਖੀ ਜਾਵੇ ਜੀ। ਤੇ ਗੱਲ ਕਰਦਿਆਂ ਕਰਦਿਆਂ ਫੇਰ ਆਖੇ ਜੀ ਲੋਕ ਮੂਰਖ ਨੇ, ਲੋਕ ਇਸ ਤਰ੍ਹਾਂ ਕਰਦੇ। ਮੈਂ ਕਿਹਾ ਵੀ ਤੂੰ ਇੰਨਾ ਦੱਸ ਦੇ ਵੀ ਤੂੰ ਮੂਰਖ ਹੈ ਜਾਂ ਲੋਕ ਮੂਰਖ ਹੈਗੇ ਜੀ। ਹਾਂਜੀ,
मतलब ये है भी गल अपने वालों सियाणे तरीके ना करनी हुंदी है कोई नहीं जी। आपे बने सियाणे बहुत ने इस दुनिया ते, पर गुरमुखो गुरु बनना ते सियाणप दा कोई संबंध नहीं हैगा जी। गुरु ते धुरों ही आउंदे जी। हाँ जी, ये 10 पातशाहियां धुरों ही आईयां जी। बंदा आखे भी मैं सियाणा बन के विखावां गुरु नूं ते गुरु साहब मैनू गुरु ही बना देण, ऐसी गल बंदे दी अपनी सोचनी हैगी जी, सच्चाई नहीं हैगी जी। महाराज कहते ठीक है वो बड़े सियाणे ने, बड़ी बुद्धि का कारज करते ने, पर ये जड़ियां वडियाइयां ने ये पिछले जप तप सदका हन। गज के आखो वाहिगुरू। बाबा सूरजमल जी का पिछले जन्म का जप तप है कहन लगे, ऐसी गल नहीं है। साडे घर विच साहिबजादे बन के पैदा होए ने, पुत्र बन के पैदा होए ने, पिछले जन्म का जप तप ते बहुत है, पर जेड़ी खेड हर राय साहब जी दी है वो धुरों मालक दी मेहरबानी है कहन लगे। ये गुरता गद्दी उन्हां दे भागां विच है, बाकी कमी कोई बाबा सूरजमल नूं भी नहीं रहेगी कहन लगे। सूरजमल जी नूं कोई कमी नहीं रहेगी। तुसी भाणे विच रहो, जो वाहिगुरु जी कर रहे ने सब ठीक है। सो ये महाराज जी ने माता जी दे नाल बचन कीते जी। माता जी फिर भी मन विच सोचते रहे भी मेरे पुत्र खाली रह जाणगे। फिर गुरु साहब ने आख्या, कहन लगे मरवाही जी साडे घर दे पशुआं विच भी ताकत हैगी कहन लगे। पशुआं विच भी सूरजमल जी ते साडे पुत्र ने कहन लगे वो भी बड़े वड्डे ने, बड़े महान ने, पर गुरता गद्दी साडे वस की गल नहीं हैगी भी अहीं किसे मनुख नूं गुरु बना दईए। कहन लगे गुरु ओहो ही आ जिहड़े धुरों आए ने जी। गज के आखो वाहिगुरू। लाउण नूं ते धीरमल भी गद्दी ला के बह गया जी। महाराज जी का स्वरूप भी कोल रख रहा भी मैं ही गुरु हाँ। हाँ जी, पर आपे बनया गुरु आप नहीं बनया जाता जी। अज दुनिया ते आपे बने गुरु बड़े हैगे जी, बड़े तुरे फिरदे जी। हाँ जी, धीरमल जी वांगू बड़े गुरु हैगे जी, आपे बने हुए जी। हाँ जी, पर आपे बने हुए जिहड़े गुरु ने वो फिर वखरे ही रहिंदे। धीरमल नूं वखरा रखिया जी गुरु जी ने। हाँ जी, वो आपे ही वरस पैंदे जी। एक तुंदा भी फलाने तो वरोस आए जी, एक आपे ही वरस जांदे जी। हाँ जी, आपे बने हुए गुरु बड़े ने, पर गुरु वो है जिन्हों रब की दरगाह विचों गुरु होने का मान मिलता जी। हाँ जी, हुण अज जे कोई गुरु ग्रंथ साहब जी तो वड्डा बने, अपने आप नूं सतगुरु अखवाए, गुरमुखों गल नहीं बनेगी। सतगुरु कौन है? सतगुरु ने धन धन श्री गुरु ग्रंथ साहब जी महाराज, धन धन श्री गुरु ग्रंथ साहब महाराज। सो महाराज जी ने समत दिती। महाराज कहन लगे गुरु बनना ये धुरों बख्शिश की खेड है, धुरों बख्शिश दी। मैं बहुत बार संगत जी आप जी नूं बेनती की है कि सिमरन करके सेवा करके बंदा सिख बनता है, गुरु नहीं बनता जी। हाँ जी, सिमरन करके ते सेवा करके मनुख सिख बनता है, गुरु नहीं बनता। गुरु धुरों ही बख्शिश नाल बनिया जाता जी। ते गुरु जुगो जुग अटल ने जी। हुण साडे आखो धन श्री गुरु ग्रंथ साहिब जी महाराज। श्री गुरु ग्रंथ साहिब जी महाराज। आपां लड़ीवार इतिहास भी सुनना, एक निक्की जी गल कह के अगे चलांगे। गुरुआं दा फर्क हुंदा जी आम नालों जी। हिंदू अंग्रेजां दा समां, हिंदू वीर अंग्रेज को गए, कहन लगे जी साडी गीता बहुत वड्डी है। वो कहंदे ठीक है। मुसलमान वीर कहंदे जी नहीं साडी कुरान वड्डी है। सिख वीर चले गए, वो कहंदे जी श्री गुरु ग्रंथ साहिब विच सारे संसार दा ज्ञान है, वो साडे गुरु ने, वो वड्डे ने। अंग्रेज कहंदा फैसला तां होएगा जे तुसीं तिन्नों आपो अपने ग्रंथ लैके आओगे। वो गल मन ली जी उन्होंने। हाँ जी, दिन रख लिया। अंग्रेज अपने दफ्तरे बैठ गया। हिंदू वीर गीता जी लैके आए तो गीता बैग विच पाई जी उन्होंने। मुसलमान वीर जी अपनी कच्छ कुरान नूं मार के ना जी अपनी इत्थे कच्छ च अड़ा के कुरान शरीफ लै आए जी। हाँ जी, तो हुण उड़ीकण सिखां नूं जी भी वो भी गुरु ग्रंथ साहब लैके आउण। हाँ जी,
ਉਹ ਤੇ ਆ ਕੇ ਟੇਬਲ ਤੇ ਬਹਿ ਗਏ ਜੀ, ਜਿਹੜਾ ਦਫ਼ਤਰਾਂ ਵਿੱਚ ਟੇਬਲ ਹੁੰਦਾ ਜੀ। ਬੈਗ 'ਚ ਪਾਈ ਗੀਤਾ ਜੀ, ਤੇ ਇੱਕ ਬੰਨੇ ਕੱਛੇ ਮਾਰੀ ਕੁਰਾਨ ਸ਼ਰੀਫ ਜੀ, ਐਡਾ ਮਹਾਨ ਗ੍ਰੰਥ ਜੀ ਇੱਕ ਪਾਸੇ ਰੱਖ ਲਈ ਜੀ, ਇਸ ਤਰ੍ਹਾਂ ਕਰਕੇ। ਹਾਂਜੀ, ਤੇ ਉਧਰ ਸੁਣੋ ਹੁਣ, ਧਿਆਨ ਨਾਲ ਗੱਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਕੇ ਸਿੱਖ ਵੀ ਪਹੁੰਚ ਗਏ ਜੀ ਉੱਥੇ। ਉਹਨਾਂ ਜਾ ਕੇ ਪਲੰਘਾ ਲਾ ਦਿੱਤਾ ਤੇ ਉੱਤੇ ਚੰਦੋਆ ਲਾ ਦਿੱਤਾ ਜੀ। ਉਹ ਕਹਿੰਦਾ ਵੀ ਤੁਸੀਂ ਕੀ ਕਰਨ ਰਹੇ ਹੋ? ਉਹ ਕਹਿੰਦੇ ਜੀ ਸਾਡੇ ਗੁਰੂ ਜੀ ਆ ਰਹੇ, ਅਸੀਂ ਉਹਨਾਂ ਦੀਆਂ ਤਿਆਰੀਆਂ ਕਰਨ ਰਹੇ ਆ। ਹਾਂਜੀ, ਚੰਦੋਆ ਸਾਹਿਬ ਲਾਤਾ, ਸੋਹਣੀ ਵਿਛਾਈ ਕਰ ਦਿੱਤੀ ਜੀ ਉਹਨਾਂ ਨੇ। ਉਹਦੇ ਤੋਂ ਬਾਅਦ ਅੰਗਰੇਜ਼ ਵੇਖੇ, ਬੈਂਡ ਬਾਜਿਆਂ ਦੀ ਆਵਾਜ਼ ਆਵੇ ਜੀ, ਢੋਲਕੀਆਂ, ਚਮਟਿਆਂ, ਛੈਣਿਆਂ ਦੀ ਆਵਾਜ਼ ਆਵੇ ਜੀ, ਅੱਗੇ ਅੱਗੇ ਪਾਣੀ ਛਿੜਕਣ, ਚੌਰ ਸਾਹਿਬ ਹੋ ਰਿਹਾ, ਬੇਅੰਤ ਸਿੱਖ ਸੰਗਤਾਂ ਵਾਹਿਗੁਰੂ ਵਾਹਿਗੁਰੂ ਜਪਦੀਆਂ ਹੋਈਆਂ ਤੇ ਉਹਦੇ ਦਫ਼ਤਰ ਨੂੰ ਆ ਰਹੀਆਂ ਜੀ। ਉਹ ਅੰਗਰੇਜ਼ ਕਹਿੰਦਾ ਵੀ ਇਹ ਕੌਣ ਹੈ? ਤੇ ਉਹ ਮੁਸਲਮਾਨ ਵੀਰ ਆਪ ਹੀ ਕਹਿੰਦੇ ਜੀ ਇਹ ਸਿੱਖਾਂ ਦੇ ਗ੍ਰੰਥ ਆ ਰਿਹਾ ਜੀ। ਹੈ ਉਹ ਕਹਿੰਦੇ ਕੌਣ? ਲਾਗੇ ਗੁਰੂ ਕਾ ਸਿੱਖ ਖਲੋਤਾ ਸੀ। ਉਹ ਕਹਿਣ ਲੱਗੇ ਜੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਰਹੇ ਨੇ ਜੀ। ਦਫ਼ਤਰ ਵਿੱਚ ਲਿਆ ਕੇ, ਕਿਉਂ ਉਦੋਂ ਦਾ ਸਮਾਂ ਸੀਗਾ, ਰਾਜ ਸੀ ਅੰਗਰੇਜ਼ਾਂ ਦਾ। ਹਾਂਜੀ, ਦਫ਼ਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਮਹਾਰਾਜ ਜੀ ਦਾ ਸਵਾਰਾ ਸਾਹਿਬ ਬੜੇ ਸੋਹਣੇ ਤਰੀਕੇ ਨਾਲ ਜਦੋਂ ਸੁਭਾਏਮਾਨ ਕੀਤਾ, ਇੱਕ ਬੰਨੇ ਸਾਰੀ ਸੰਗਤ ਭੁੰਜੇ ਬੈਠ ਕੇ ਹੱਥ ਜੋੜਦੇ ਗੁਰੂ ਗ੍ਰੰਥ ਸਾਹਿਬ ਅੱਗੇ। ਆਪ ਜੀ ਵੀ ਜੋੜੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹੱਥ ਜੋੜਦੇ ਮਹਾਰਾਜ ਅੱਗੇ, ਤੇ ਸਾਧ ਸੰਗਤ ਜੀ ਹੱਥ ਜਦੋਂ ਜੋੜੇ। ਹੁਣ ਉਹ ਮੁਸਲਮਾਨ ਵੀਰ ਕਹਿਣ ਲੱਗਾ ਜੀ ਤੁਸੀਂ ਸਾਡਾ ਨਿਰਣਾ ਕਰੋ ਵੀ ਵੱਡਾ ਕਿਹੜਾ ਗ੍ਰੰਥ ਜ਼ਿਆਦਾ ਮਹਾਨ ਹੈ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ। ਉਹ ਅੰਗਰੇਜ਼ ਕਹਿੰਦਾ ਵੀ ਹੁਣ ਵੀ ਫੈਸਲਾ ਕਰਨ ਦੀ ਲੋੜ ਹੈਗੀ ਹੈ। ਫੈਸਲਾ ਤੇ ਹੋ ਗਿਆ। ਕਹਿਣ ਲੱਗੇ, ਕਹਿੰਦੇ ਜੀ ਕਿਵੇਂ? ਕਹਿਣ ਲੱਗੇ ਤੁਹਾਡੇ ਸਾਹਮਣੇ ਹੀ ਹੈ, ਜਿਹੜਾ ਜਿੰਨਾ ਮਹਾਨ ਉਹਨੂੰ ਓਨੀ ਵੱਡੀ ਪਦਵੀ ਮਿਲ ਗਈ। ਕਹਿਣ ਲੱਗੇ ਵੇਖੋ, ਕਹਿਣ ਲੱਗੇ ਇਹਨਾਂ ਦੇ ਗ੍ਰੰਥ ਸਾਹਿਬ ਇਹਨਾਂ ਦੇ ਗੁਰੂ ਨੇ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਕਿਸੇ ਮਨੁੱਖ ਨੇ ਨਹੀਂ ਦਿੱਤੀ, ਧੁਰੋਂ ਹੀ ਗੁਰਤਾ ਗੱਦੀ ਹੈ ਜੀ ਇਹਨਾਂ ਕੋਲ। ਧੁਰੋਂ ਹੀ ਗੁਰਤਾ ਗੱਦੀ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ। ਸੋ ਇਸ ਕਰਕੇ ਇਹਨਾਂ ਦੇ ਗਿਆਨ ਅਨੁਸਾਰ ਚੱਲਣਾ ਬੜੀ ਵੱਡੀ ਗੱਲ ਹੈ। ਮਹਾਰਾਜ ਨੇ ਸਮਝਾਇਆ, ਕਹਿਣ ਲੱਗੇ ਜਿਹੜੀ ਗੁਰਤਾ ਗੱਦੀ ਉਹ ਧੁਰੋਂ ਹੀ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ, ਜਿਹਨੂੰ ਮਿਲ ਜੇ ਮਿਲ ਜੇ। ਬੰਦਿਆਂ ਦੀ ਇੱਥੇ ਆ ਕੇ ਖੇਡ ਨਹੀਂ ਹੈਗੀ ਵੀ ਇੱਥੇ ਸੇਵਾ ਕਰਕੇ ਕੋਈ ਆਖੇ ਮੈਂ ਗੁਰੂ ਬਣ ਜਾ ਜੀ, ਤੇ ਇਹੋ ਜਿਹਾ ਭੁਲੇਖਾ ਬੰਦਾ ਮਨੋਂ ਹੀ ਕੱਢ ਦੇ ਜੀ। ਹੁਣ ਇਹਦੇ ਤੋਂ ਅੱਗੇ ਕਥਾ ਚੱਲ ਰਹੀ ਹੈ। ਬੜੇ ਪ੍ਰੇਮ ਨਾਲ ਗੁਰੂ ਘਰ ਦਾ ਇਤਿਹਾਸ ਸੁਣੋ ਸਾਰੀਆਂ ਸੰਗਤਾਂ। ਜੋੜੋ ਦੋਵੇਂ ਹੱਥ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫੇਰ ਆਖੋ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸ੍ਰੀ ਸਤਿਗੁਰ ਜੋਦਾ ਬਲੀ, ਬਸ ਭਗਤਨ ਕੈ ਨੀਤ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਵੱਡੇ ਯੋਧੇ ਨੇ ਜੀ, ਬੜੇ ਵੱਡੇ ਯੋਧੇ ਨੇ, ਮਹਾਨ ਯੋਧੇ ਨੇ। ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰ ਉਪਕਾਰੀ। ਪੂਰਨ ਗੁਰਸਿੱਖ ਦੀ ਸੱਚੇ ਨਿਸ਼ਾਨੀ ਪਾਤਸ਼ਾਹ ਹੈ। ਜਿੱਥੇ ਯੋਧੇ ਨੇ ਆਪ ਉੱਥੇ ਭਾਵੇਂ ਪਰ ਛੱਕਿਆ ਹੋਵੇ ਨਾ ਛੱਕਿਆ ਹੋਵੇ, ਸਦਾ ਹੀ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਵਸ ਵਿੱਚ ਰਹਿੰਦੇ ਨੇ। ਜਿਵੇਂ ਸਿੱਖ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਉਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲੈਂਦੇ ਨੇ। ਹਾਂਜੀ, ਇੱਕ ਦਿਨ ਬੈਠੇ ਸਭਾ ਮਹਿ, ਦਰਸੇ ਸਿੱਖ ਮੁਦ ਚੀਤ। ਇੱਕ ਦਿਨ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਦੇ ਵਿੱਚ ਬੈਠੇ ਦਰਸ਼ਨ ਦੇ ਰਹੇ ਸਨ ਜੀ। ਗੁਰੂ ਕੇ ਸਿੱਖ ਬੈਠੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਿੱਖ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਬੈਠੀਆਂ। ਕੀਰਤਪੁਰ ਸਾਹਿਬ ਵਿੱਚ ਨਾ ਜੀ ਇੱਕ ਦਿਨ ਵਿੱਚ ਹਜ਼ਾਰਾਂ ਹੀ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ ਸਨ ਜੀ। ਹਜ਼ਾਰਾਂ ਹੀ ਸੰਗਤਾਂ ਜੀ। ਮਹਾਰਾਜ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਚ ਬੈਠੇ ਨੇ, ਧਰਤੀ ਤੇ ਬੈਠੇ ਨੇ।
ਬਹੁਤ ਸੰਗਤਾਂ, ਹਜ਼ਾਰਾਂ ਹੀ ਸੰਗਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਰਦ ਗਿਰਦ ਸੱਜੀਆਂ, ਜਿਵੇਂ ਆਪ ਜੀ ਸੱਜੇ ਹੋ। ਹਾਂਜੀ। ਚੌਪਈ ਕਿਨਹੁ ਖਬਰ ਆਏ ਤਬ ਦੀਨ, ਹਾਂਜੀ। ਗੋਇੰਦਵਾਲ ਬਾਸ ਜਨ ਕੀਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਗੋਇੰਦਵਾਲ ਸਾਹਿਬ ਤੋਂ ਇੱਕ ਸਿੱਖ ਆਇਆ ਜੀ। ਹਾਂਜੀ। ਜਿੱਥੇ ਦੂਰ ਵਿਦੇਸ਼ਾਂ ਤੋਂ ਗੁਰੂ ਕੇ ਸਿੱਖ ਆਉਂਦੇ ਸਨ, ਉੱਥੇ ਗੋਇੰਦਵਾਲ ਸਾਹਿਬ ਤੋਂ ਇੱਕ ਸਿੱਖ ਮਹਾਰਾਜ ਜੀ ਦੇ ਕੋਲ ਆਇਆ। ਉਹਨੇ ਆ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਇੱਕ ਖਬਰ ਦਿੱਤੀ ਜੀ। ਹਾਂਜੀ। ਭੱਲਿਆਨ ਕੀ ਕੁਲ ਭਗਤ ਵਿਸਾਲਾ। ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਤੇ ਗੋਇੰਦਵਾਲ ਸਾਹਿਬ ਤੋਂ ਆਏ ਹੋਏ ਸਿੱਖ ਨੇ ਟੇਕਿਆ ਮੱਥਾ ਜੀ, ਨਮਸਕਾਰ ਕੀਤੀ। ਆਪਾਂ ਵੀ ਕਰੀਏ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹੱਥ ਜੋੜ ਕੇ ਬੇਨਤੀ ਕੀਤੀ ਬਾਅਦ ਵਿੱਚ, ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਬੇਨਤੀ ਕਰਨੀ ਹੈ। ਮਹਾਰਾਜ ਜੀ ਕਹਿੰਦੇ ਦੱਸੋ। ਸੱਚੇ ਪਾਤਸ਼ਾਹ ਗੁਰੂ ਘਰ ਦੇ ਵਿੱਚ ਭੱਲਿਆਂ ਦੀ ਕੁੱਲ ਦਾ ਬੜਾ ਸਤਿਕਾਰ ਰਿਹਾ ਹੈ ਸ਼ੁਰੂ ਤੋਂ ਹੀ ਗੁਰਮੁਖੋ। ਉਹਦਾ ਕਾਰਨ ਹੈ ਸਤਿਕਾਰਯੋਗ ਤੇ ਸਾਰੀ ਸੰਗਤ ਹੀ ਹੈਗੀ ਹੈ ਜੀ। ਹਾਂਜੀ। ਪਰ ਕੁਝ ਸ਼ਖਸੀਅਤਾਂ ਖਾਸ ਜਥਾਯੋਗ ਸਤਿਕਾਰ ਸੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਦਾ ਜੀ। ਹਾਂਜੀ। ਉਹਨੇ ਕਿਹਾ ਮਹਾਰਾਜ ਤੁਹਾਡੇ ਘਰ ਪ੍ਰਤੀ ਬੜੀ ਸ਼ਰਧਾ ਰੱਖਦੇ ਨੇ ਗੋਇੰਦਵਾਲ ਸਾਹਿਬ ਦੀਆਂ ਸੰਗਤਾਂ। ਹਾਂਜੀ। ਸਿੱਖੀ ਕੀ ਪ੍ਰਕਾਸ਼ ਸਭ ਕਾਲਾ। ਮਹਾਰਾਜ ਗੁਰੂ ਕੀ ਸਿੱਖੀ ਦਾ ਧੁਰਾ ਰਿਹਾ ਹੈ ਗੋਇੰਦਵਾਲ ਸਾਹਿਬ। ਬਹੁਤ ਸਾਰੀਆਂ ਸਿੱਖ ਸੰਗਤਾਂ ਉੱਥੇ ਜਾ ਕੇ ਨਮਸਕਾਰਾਂ ਕਰਦੀਆਂ ਸਨ, ਹੁਣ ਵੀ ਕਰਦੀਆਂ ਨੇ ਸੱਚੇ ਪਾਤਸ਼ਾਹ। ਹਾਂਜੀ। ਸ੍ਰੀ ਗੁਰੂ ਅਮਰਦਾਸ ਕੀ ਅੰਸ। ਮਹਾਰਾਜ ਗੋਇੰਦਵਾਲ ਸਾਹਿਬ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼। ਆਖੋ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੀ ਅੰਸ਼ ਵੰਸ਼। ਹਾਂਜੀ। ਸੁਤ ਪੁੱਤਰੇ ਨਾਤੀ ਸਭ ਬੰਸ਼। ਮਹਾਰਾਜ ਉਹਨਾਂ ਦੇ ਪੁੱਤਰ ਗਾਂ, ਫਿਰ ਅੱਗੇ ਸਤਿਗੁਰਾਂ ਦੇ ਪੋਤਰੇ ਗਾਂ, ਮਹਾਰਾਜ ਨਾਤੀ ਸਾਰੀ ਕੁੱਲ ਸੱਚੇ ਪਾਤਸ਼ਾਹ ਤੁਹਾਨੂੰ ਮੰਨਦੀ ਹੈ, ਆਪ ਜੀ ਦਾ ਸਤਿਕਾਰ ਕਰਦੀ ਹੈ, ਆਪ ਜੀ ਨੂੰ ਪੂਜਦੀ ਹੈ। ਹਾਂਜੀ। ਮੋਹਨ ਅਪਰ ਮੋਹਰੀ ਜੈ। ਸੱਚੇ ਪਾਤਸ਼ਾਹ ਮਹਾਰਾਜ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਪੁੱਤਰ। ਹਾਂਜੀ। ਭਾ ਪਰਲੋਕ ਦੇਹ ਤਜ ਸਈ। ਉਹ ਤੇ ਕੁਝ ਸਮਾਂ ਪਹਿਲਾਂ ਆਪ ਜੀ ਨੂੰ ਜਿਵੇਂ ਪਤਾ ਹੈ ਸੱਚੇ ਪਾਤਸ਼ਾਹ ਉਹ ਤੇ ਸਰੀਰ ਤਿਆਗ ਗਏ ਸਨ। ਹਾਂਜੀ। ਸੰਤ ਮਨੋਹਰ ਦਾਸ ਵਿਸਾਲਾ। ਹਾਂਜੀ। ਸੋ ਪੀ ਪਹੁੰਚਤ ਭਾਹਰ ਸਾਲਾ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੋਇੰਦਵਾਲ ਸਾਹਿਬ ਵਿੱਚ ਗੁਰਮੁਖੀ ਸਨ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਵਿੱਚੋਂ ਸੰਤ ਮਨੋਹਰ ਦਾਸ ਜੀ। ਬੜਾ ਵੱਡਾ ਉਹਨਾਂ ਦਾ ਜਪ ਤਪ ਭਜਨ ਬੰਦਗੀ ਸੀ। ਗੁਰੂ ਕੇ ਸਿੱਖ ਨੇ ਦੱਸਿਆ ਮਹਾਰਾਜ ਜਿਵੇਂ ਬਾਬਾ ਮੋਹਨ ਜੀ ਸਰੀਰ ਤਿਆਗ ਗਏ ਨੇ, ਮਹਾਰਾਜ ਜਿਵੇਂ ਬਾਬਾ ਮੋਹਰੀ ਜੀ ਸਰੀਰ ਤਿਆਗ ਗਏ ਨੇ, ਮਹਾਰਾਜ ਮੈਂ ਆਪ ਜੀ ਪਾਸ ਖਬਰ ਲੈ ਕੇ ਆਇਆ ਹਾਂ ਉਵੇਂ ਹੀ ਮਹਾਰਾਜ ਜੀ ਦੇ ਕੁੱਲ ਪਰਿਵਾਰ ਵਿੱਚੋਂ ਸੰਤ ਮਨੋਹਰ ਦਾਸ ਜੀ ਵੀ ਸਰੀਰ ਤਿਆਗ ਗਏ ਨੇ। ਹਾਂਜੀ। ਸੁਣ ਕੇ ਸ੍ਰੀ ਗੁਰੂ ਹਰਗੋਬਿੰਦ। ਹਾਂਜੀ। ਹਰਪੁਰ ਜਾਏ ਬਸੇ ਇਹ ਬ੍ਰੰਦ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੁਣਿਆ ਵੀ ਗੁਰਮੁਖ ਸੰਤ ਮਨੋਹਰ ਦਾਸ ਜੀ ਜਿਵੇਂ ਸਿੱਖ ਨੇ ਆ ਕੇ ਦੱਸਿਆ ਮਹਾਰਾਜ ਸਰੀਰ ਤਿਆਗ ਗਏ ਨੇ, ਮਹਾਰਾਜ ਜੀ ਨੇ ਨਾ ਜੀ ਨੇਤਰ ਬੰਦ ਕੀਤੇ ਤੇ ਫਿਰ ਬੈਰਾਗ ਕੀਤਾ ਜੀ। ਬੈਰਾਗ ਕੀਤਾ ਕਿਉਂ ਕੁਝ ਰੂਹਾਂ ਹੀ ਐਸੀਆਂ ਹੁੰਦੀਆਂ ਗੁਰਮੁਖੋ ਹਰ ਵਾਰ ਸਖਤੀ ਨਹੀਂ ਵਰਤੀ ਜਾ ਸਕਦੀ ਜੀ। ਬੰਦਾ ਆਖੇ ਵੀ ਹਰ ਥਾਂ ਤੇ ਸਖਤੀ ਵਰਤ ਦੇਣੀ ਹੈ, ਕੁਝ ਥਾਵਾਂ ਤੇ ਪਿਆਰ ਸਨੇਹ ਇਤਨਾ ਹੁੰਦਾ ਜੀ। ਔਰ ਮੈਂ ਖੁਦ ਵੇਖਿਆ ਕੁਝ ਮਹਾਂਪੁਰਖ ਸਰੀਰ ਤੇ ਬੜੇ ਚਿਰ ਦੇ ਤਿਆਗੇ ਜੀ ਉਹਨਾਂ ਨੇ, ਪਰ ਉਹਨਾਂ ਦੇ ਸੰਗੀ ਸਾਥੀ ਅੱਜ ਵੀ ਉਹਨਾਂ ਨੂੰ ਯਾਦ ਕਰਨ ਤੇ ਉਹਨਾਂ ਦੇ ਨੇਤਰ ਭਰ ਆਉਂਦੇ ਜੀ ਯਾਦ ਕਰਕੇ ਜੀ। ਹਾਂਜੀ। ਕਿਉਂ ਉਹਨਾਂ ਵਿੱਚ ਗੁਣ ਐਸੇ ਹੁੰਦੇ ਜੀ, ਗੁਣ ਐਸੇ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਬੈਰਾਗ ਕੀਤਾ ਜੀ। ਉਸ ਸਮੇਂ ਗੁਰੂ ਜੀ ਦਾ ਬੈਰਾਗ ਆਮ ਦੁਨੀਆ ਵਰਗਾ ਰੋਣਾ ਨਹੀਂ ਸੀ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਆਮ ਲੋਕ ਰੋਂਦੇ ਨੇ ਨਾ ਜੀ ਉਹ ਗੱਲ ਨਹੀਂ ਸੀ ਹੈਗੀ, ਪਰ ਮਨ ਹੀ ਮਨ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੈਰਾਗ ਕੀਤਾ ਜੀ। ਹਾਂਜੀ। ਬੈਠੇ ਅਪਰ ਨਰਨ ਸਮ ਸੋਏ। ਹਾਂਜੀ। ਸੁਣ ਸੁਣ ਆਏ ਗਏ ਸਭ ਕੋਏ। ਤੇ ਗੁਰਮੁਖੋ ਸੱਚੇ ਪਾਤਸ਼ਾਹ ਸਭਾ ਵਿੱਚ ਬੈਠੇ, ਗੁਰੂ ਕਾ ਸਿੱਖ ਆਪਣੀ ਗੱਲ ਬੋਲ ਕੇ ਚੁੱਪ ਹੋ ਗਿਆ, ਬਚਨ ਕਰਕੇ ਸ਼ਾਂਤ ਹੋ ਗਿਆ।
ਗੋਇੰਦਵਾਲ ਸਾਹਿਬ ਤੋਂ ਚੇਚਾ ਇਹ ਖਬਰ ਉਹ ਦੱਸਣ ਆਇਆ ਸੀ ਵੀ ਮਨੋਹਰ ਦਾਸ ਜੀ ਸਰੀਰ ਤਿਆਗ ਗਏ ਨੇ ਜੀ। ਹਾਂਜੀ, ਉਹਨੇ ਖਬਰ ਸੁਣਾਤੀ। ਬੇਅੰਤ ਸਿੰਘ ਤਾਂ ਆ ਰਹੀਆਂ ਤੇ ਜਾ ਰਹੀਆਂ ਨੇ। ਹਾਂਜੀ ਫਿਰ ਸਾਮੈ ਤਬ ਗੁਰੂ ਅਗਾਧ, ਹਾਂਜੀ। ਧਰੇ ਮੌਨ ਤਾ ਲੱਗੀ ਸਮਾਧ। ਪਰ ਜਦੋਂ ਦਾ ਉਸ ਸਿੱਖ ਨੇ ਖਬਰ ਸੁਣਾਈ ਨਾ ਮਹਾਰਾਜ ਨੂੰ, ਮਹਾਰਾਜ ਸਰੀਰ ਤਿਆਗ ਗਏ ਨੇ, ਉਹ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੇ ਤੋਂ ਬਾਅਦ ਬਚਨ ਕੋਈ ਨਹੀਂ ਕੀਤਾ ਜੀ। ਮਹਾਰਾਜ ਸ਼ਾਂਤ ਰਹੇ ਬਹੁਤ ਸਮਾਂ ਜੀ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਸਿਰ ਸਭ ਮਹਿ ਤਬ ਗੁਰੂ ਅਗਾਧ, ਅਗਾਧ ਬੋਧ ਸਤਿਗੁਰੂ ਜੀ। ਸੱਚੇ ਪਾਤਸ਼ਾਹ ਮਹਾਰਾਜ ਸਭਾ ਵਿੱਚ ਐ ਟਿਕ ਗਏ ਜੀ, ਸਮਾਧੀ ਵਾਲੀ ਅਵਸਥਾ। ਨੇਤਰ ਬੰਦ ਕਰ ਲਏ ਗੁਰੂ ਜੀ ਨੇ, ਸੰਗਤਾਂ ਬੈਠੀਆਂ ਰਹੀਆਂ, ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਨਹੀਂ ਖੋਲੇ ਜੀ। ਹਾਂਜੀ, ਹੋਏ ਘਟ ਕਾ ਆਸਣ ਥਿਰ ਰਹੇ। 2 ਘੜੀਆਂ ਸੱਚੇ ਪਾਤਸ਼ਾਹ ਮਹਾਰਾਜ ਐ ਲਗਾਤਾਰ ਇੱਕ ਟੱਕ ਸੱਜੇ ਰਹੇ ਜੀ। ਨੇਤਰ ਬੰਦ ਨੇ, ਨਾ ਸਰੀਰ ਹਿਲਦਾ ਹੈ, ਨਾ ਕੋਈ ਗੱਲਬਾਤ ਜੀ। ਐ ਨੇਤਰ ਬੰਦ ਕਰਕੇ ਸਮਾਧੀ ਅਵਸਥਾ ਵਿੱਚ ਚਲੇ ਗਏ। ਹਾਂਜੀ, ਲੋਚਨ ਮੁੰਦ ਨਾ ਤਨ ਸੁਧਿਆ ਹੈ। ਮਹਾਰਾਜ ਦੇ ਨੇਤਰ ਬੰਦ ਨੇ, ਸੰਗਤਾਂ ਦਰਸ਼ਨ ਕਰਨ ਲਈਆਂ ਨੇ, ਨੇਤਰ ਬੰਦ ਨੇ, ਤੇ ਮਹਾਰਾਜ ਨੂੰ ਸਰੀਰ ਦੀ ਵੀ ਸੁੱਧ ਨਹੀਂ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੰਨੀ ਅਡੋਲ ਅਵਸਥਾ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਟਿਕੇ ਨੇ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਧਿਆਨ ਵਿੱਚ ਚਲੇ ਗਏ ਜੀ ਕੁਝ ਸਮਾਂ। ਹਾਂਜੀ, ਰਹੇ ਅਡੋਲ ਅੰਗ ਤੇ ਸਕਾਲ। ਹਾਂਜੀ। ਪੁਨ ਖੋਲੇ ਦ੍ਰਿਗ ਰੁਚਰ ਵਿਸਾਲ। 2 ਘੜੀਆਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨੇਤਰ ਖੋਲੇ, ਤੇ ਨੇਤਰ ਖੋਲ ਕੇ ਫਿਰ ਬਚਨ ਕੀਤੇ ਜੀ। ਹਾਂਜੀ, ਵਾਹੋ ਵਾਹੋ ਮੁਖ ਤੇ ਤਬ ਕਹਿਓ। ਹਾਂਜੀ। ਦਾਸ ਮਨੋਹਰ ਬੜ ਪਦ ਲਹਿਓ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। 2 ਘੜੀਆਂ ਸ਼ਾਂਤ ਰਹਿ ਕੇ ਨਾ ਜੀ, ਹਜੂਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਨੂੰ ਸੁਣਾ ਕੇ ਬਚਨ ਕਰਨ ਲੱਗੇ। ਕਹਿਣ ਲੱਗੇ ਵੀ ਵਾਹ ਵਾਹ, ਮਨੋਹਰ ਦਾਸ ਜੀ ਤੇ ਕਹਿੰਦੇ ਸੱਚਖੰਡ ਵਿੱਚ ਪਹੁੰਚ ਗਏ ਜੀ। ਹਾਂਜੀ, ਮਹਾਰਾਜ ਨੂੰ ਪਤਾ ਜੀ ਹੁਣ ਸਾਡੇ ਬੰਦੇ ਅਰਦਾਸ ਕਰ ਵੀ ਦਿੰਦੇ ਆ ਵੀ ਤੁਹਾਡੇ ਚਰਨਾਂ 'ਚ ਆ ਕੇ ਬਿਰਾਜ ਗਏ ਜੀ, ਤੇ ਨਾਲੇ ਇਹ ਵੀ ਕਹੀ ਜਾਣਗੇ ਵੀ ਥਾਂ ਵੀ ਦਿਓ ਚਰਨਾਂ 'ਚ ਜੀ। ਹਾਂਜੀ, ਇਹ ਸਾਨੂੰ ਜੀਵਾਂ ਨੂੰ ਕੀ ਪਤਾ, ਸਤਿਗੁਰੂ ਜੀ ਨੂੰ ਪਤਾ ਵੀ ਕੌਣ ਕਿੱਥੇ ਪਹੁੰਚਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ੁਭ ਪਦਵੀ ਪ੍ਰਾਪਤ ਕੀਤੀ ਹੈ ਮਨੋਹਰ ਦਾਸ ਜੀ ਨੇ। ਹਾਂਜੀ, ਪੂਜਨ ਕੋ ਸਭ ਹੂਨ ਸੁਨਾਇਓ। ਹਾਂਜੀ। ਕੌਣ ਕਰਮ ਤਪ ਫਲ ਤਿਨ ਪਾਇਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਸਤਿਗੁਰਾਂ ਨੇ ਆਪਣੇ ਮੁਖੋਂ ਆਖਿਆ ਨਾ ਵੀ ਮਨੋਹਰ ਦਾਸ ਹੋਣੀ, ਤੇ ਕਹਿਣ ਲੱਗੇ ਸੱਚਖੰਡ ਵਿੱਚ ਸੱਜ ਗਏ ਨੇ, ਸ਼ੁਭ ਗਤੀ ਪ੍ਰਾਪਤ ਹੋ ਗਈ, ਸ਼ੁਭ ਪਦਵੀ ਪ੍ਰਾਪਤ ਹੋ ਗਈ ਉਹਨਾਂ ਨੂੰ। ਹਾਂਜੀ, ਤੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਤੁਹਾਨੂੰ ਪਤਾ ਵੀ ਇਹ ਸ਼ੁਭ ਗਤੀ ਕਿਉਂ ਪ੍ਰਾਪਤ ਹੋਈ ਉਹਨਾਂ ਨੂੰ? ਕਿਹੜਾ ਐਸਾ ਮਹਾਨ ਜਪ ਤਪ ਕਰਮ ਕੀਤਾ ਸੀ ਉਹਨਾਂ ਨੇ ਜਿਹਦੇ ਕਰਕੇ ਉਹਨਾਂ ਨੂੰ ਐਸੀ ਪਦਵੀ ਦੀ ਪ੍ਰਾਪਤੀ ਹੋਈ ਹੈ। ਹਾਂਜੀ, ਕਸ਼ਮੀਰੀ ਇੱਕ ਸਿੱਖ ਵਿਸਾਲਾ, ਗੁਰ ਟਿਕ ਰਹੇ ਸੋ ਨਾਮ ਕਮਾਲਾ। ਜਦੋਂ ਮਹਾਰਾਜ ਨੇ ਸਵਾਲ ਕੀਤਾ ਨਾ ਵੀ ਸਾਨੂੰ ਦੱਸੋ, ਤੇ ਸੰਗਤਾਂ ਵਿੱਚ ਬੜੇ ਤਰ੍ਹਾਂ ਦੇ ਸਿੱਖ ਬੈਠੇ ਹੁੰਦੇ ਸੀ। ਇੱਕ ਕਸ਼ਮੀਰ ਦਾ ਸਿੱਖ ਮਹਾਰਾਜ ਜੀ ਦੇ ਕੋਲ ਬੈਠਾ ਸੀਗਾ ਜੀ। ਹੈ ਤੇ ਕਸ਼ਮੀਰ ਦਾ ਸੀ, ਪਰ ਬੜੇ ਚਿਰ ਦਾ ਆ ਮਹਾਰਾਜ ਦੇ ਚਰਨਾਂ 'ਚ ਹੀ ਆ ਕੇ ਉਹਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਬਹੁਤ ਸਮੇਂ ਦਾ ਘਰ-ਬਾਰ ਛੱਡ ਕੇ ਤੇ ਪੱਕਾ ਹੀ ਮਹਾਰਾਜ ਦੇ ਚਰਨਾਂ 'ਚ ਸੀ ਜੀ ਉਹ ਸੀ। ਉਸ ਸਿੱਖ ਨੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੂੰ। ਹਾਂਜੀ, ਤਿਨ ਕਰ ਜੋਰ ਕਹਿਓ ਸੁਣ ਸੁਆਮੀ, ਸਭ ਕਿਛ ਜਾਣੋ ਅੰਤਰ ਜਾਮੀ। ਹੱਥ ਜੋੜ ਕੇ ਗੁਰੂ ਕੇ ਸਿੱਖ ਨੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਅੰਤਰਜਾਮੀ ਹੋ, ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ। ਹਾਂਜੀ, ਤਉ ਦਾਸ ਕੇ ਗੁਣ ਬਿਦਤਾਵਣ, ਬੂਝਤ ਹੋ ਮੈਂ ਕਰੋ ਸੁਨਾਵਣ। ਫਿਰ ਵੀ ਜੇ ਆਪ ਜੀ ਪੁੱਛਦੇ ਹੋ ਤੇ ਮੈਂ ਬੇਨਤੀ ਕਰ ਦੇਣਾ, ਦੱਸ ਦੇਣਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਆਪ ਜੀ ਤਾਂ ਪੁੱਛ ਰਹੇ ਹੋ ਵੀ ਸੰਗਤ ਨੂੰ ਪਤਾ ਲੱਗ ਜੇ ਜੀ। ਹਾਂਜੀ, ਸ੍ਰੀ ਗੁਰੂ ਅਰਜਨ ਕੋਲੇ ਗੋਦ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਜਿਨ੍ਹਾਂ ਦੇ ਬਾਰੇ ਇਸ ਸਿੱਖ ਨੇ ਦੱਸਿਆ, ਜਿਨ੍ਹਾਂ ਦਾ ਨਾਮ ਲੈ ਕੇ ਵੀ ਸਰੀਰ ਤਿਆਗ ਗਏ ਨੇ, ਸੰਤ ਉਹਨੇ ਆਖਿਆ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਤ ਮਨੋਹਰ ਦਾਸ ਜੀ ਮਹਾਰਾਜ, ਮੈਂ ਉਹਨਾਂ ਦੇ ਦਰਸ਼ਨ ਕੀਤੇ ਸਨ ਜੀ।
ਮਹਾਰਾਜ ਬੜੇ ਚਿਰ ਦਾ ਤੁਹਾਡੀ ਕਿਰਪਾ ਨਾਲ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਰ ਰਹੇ ਹਾਂ। ਸੱਚੇ ਪਾਤਸ਼ਾਹ, ਜਦੋਂ ਆਪ ਜੀ ਦੇ ਪਿਤਾ ਸਤਿਗੁਰੂ ਜੀ ਬਾਲ ਅਵਸਥਾ ਵਿੱਚ ਸਨ ਨਾ ਜੀ, ਤੇ ਮਹਾਰਾਜ ਸੰਤ ਮਨੋਹਰ ਦਾਸ ਜੀ ਆਪਣੀ ਗੋਦ ਵਿੱਚ ਬਿਠਾ ਕੇ ਉਹਨਾਂ ਨੂੰ ਦਹੀਂ ਛਕਾਉਂਦੇ ਹੁੰਦੇ ਸੀਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੇਖੋ ਸੇਵਾ ਜੀ, ਸੇਵਾ ਗੁਰਮੁਖੋ, ਭਾਵੇਂ ਗੁਰੂਆਂ ਦੀ ਕੀਤੀ ਬਾਲਪਨੇ ਦੀ ਸੇਵਾ ਤੇ ਭਾਵੇਂ ਜਿਸ ਮਰਜ਼ੀ ਦੀ ਸੇਵਾ ਦਾ ਫਲ ਲੱਗਣਾ ਹੀ ਲੱਗਣਾ, ਕਿਉਂ ਗੁਰੂ ਤੇ ਧੁਰੋਂ ਹੀ ਆ ਜੀ। ਹਾਂਜੀ, ਸਿੱਖ ਨੇ ਕਿਹਾ ਮਹਾਰਾਜ ਮੈਂ ਉਹਨਾਂ ਦੇ ਦਰਸ਼ਨ ਕੀਤੇ ਸਨ। ਇਹ ਜਿਹੜੇ ਭਾਈ ਸਾਹਿਬ ਬੇਨਤੀ ਕਰਨ ਦੇ ਨਾ ਕਸ਼ਮੀਰ ਵਾਲੇ, ਇਹਨਾਂ ਦੀ ਵੀ ਬਜ਼ੁਰਗ ਅਵਸਥਾ ਜੀ। ਇਹ ਦੱਸਣ ਦੇ ਮਹਾਰਾਜ ਉਹ ਫਿਰ ਆਪ ਜੀ ਦੇ ਪਿਤਾ ਸਤਿਗੁਰੂ ਜੀ ਨੂੰ ਗੋਦ 'ਚ ਬਿਠਾ ਕੇ ਪ੍ਰਸ਼ਾਦਾ ਪਾਣੀ ਦਹੀਂ ਛਕਾਉਂਦੇ ਹੁੰਦੇ ਸੀ ਸੱਚੇ ਪਾਤਸ਼ਾਹ। ਹਾਂਜੀ, ਰਹਿਓ ਖਿਲਾਵਤ ਪਾਏ ਪ੍ਰਮੋਦ, ਹਾਂਜੀ, ਇਕ ਤੋਏ ਸ਼ੁਭ ਕਰਮ ਮਹਾਨਾ। ਤੇ ਮਹਾਰਾਜ ਇਹ ਉਹਨਾਂ ਦਾ ਬੜਾ ਮਹਾਨ ਕਰਮ ਸੀ। ਤੁਹਾਡੇ ਪਿਤਾ ਨੂੰ ਗੋਦ ਵਿੱਚ ਬਿਠਾ ਕੇ ਜਲ ਪਾਣੀ ਛਕਾਉਣਾ ਕੋਈ ਛੋਟੀ ਗੱਲ ਥੋੜੀ ਹੈਗੀ ਹੈ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਤੇ ਪਰਤਖ ਰੱਬ ਜੀ ਜਿਹਦੀ ਗੋਦ ਵਿੱਚ ਬੈਠ ਕੇ ਦਹੀਂ ਛਕਦੇ ਰਹੇ ਹੋਣ, ਦੱਸੋ ਸ਼ੁਭ ਗਤੀ ਹੋਈ ਹੋਏਗੀ ਜੀ। ਹਾਂਜੀ, ਉਹਨਾਂ ਸੱਚਖੰਡ ਵਿੱਚ ਹੀ ਜਾਣਾ, ਔਰ ਕਿੱਥੇ ਜਾਣਾ ਜੀ। ਹਾਂਜੀ, ਉਹਨੇ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਇਹ ਤੇ ਮੈਂ ਖੁਦ ਦਰਸ਼ਨ ਕਰਦਾ ਰਿਹਾ। ਹਾਂਜੀ, ਅਪਰ ਸੁਨੋ ਜੋ ਤਿਸ ਕ੍ਰਿਤ ਠਾਨਾ, ਹਾਂਜੀ, ਗੁਰ ਅਮਰ ਜੀ ਸੇਵਨ ਕਰੇ, ਹਾਂਜੀ, ਪੂਰਨ ਮਾਸੀ ਮੇਲਾ ਭਰੇ। ਸੱਚੇ ਪਾਤਸ਼ਾਹ ਹੋਰ ਸੁਣੋ, ਇਹ ਤੇ ਖਾਸ ਕੰਮ ਹੁੰਦਾ ਸੀ ਨਾ ਉਹਨਾਂ ਦਾ। ਆਪ ਜੀ ਦੇ ਪਿਤਾ ਦੀ ਬਚਪਨ ਦੇ ਵਿੱਚ, ਜਦੋਂ ਤੁਹਾਡੇ ਪਿਤਾ ਸਤਿਗੁਰੂ ਜੀ ਬਚਪਨ ਵਿੱਚ ਸਨ, ਬਾਲ ਰੂਪ ਵਿੱਚ ਸਨ, ਉਹਨਾਂ ਬੜੀ ਸੇਵਾ ਕੀਤੀ ਮਹਾਰਾਜ। ਤੇ ਸੱਚੇ ਪਾਤਸ਼ਾਹ ਹੋਰ ਸੁਣੋ, ਵਿਸਾਖੀ ਤੇ ਜਾਂ ਫਿਰ ਪੁੰਨਿਆਂ ਵਾਲੇ ਦਿਨ, ਇਹ ਦਿਨ ਇਕੱਠੇ ਹੁੰਦੇ ਸੀ ਜਿੱਦਣ ਪੂਰਾ ਚੰਦ ਚੜੇਗਾ, ਆਪੇ ਹੀ ਸੰਗਤ ਸਾਰੀ ਗੁਰੂ ਘਰ ਵਿੱਚ ਆ ਜਾਓ ਜੀ। ਹਾਂਜੀ, ਉਹ ਕਿਹੜੇ ਫੋਨ ਹੁੰਦੇ ਸੀਗੇ ਵੀ ਫਟਾਫਟ ਦੱਸ ਦੇਣਾ ਜੀ ਵੀ ਅੱਜ ਦੀਵਾਨ ਲੱਗਣਾ ਜਾਂ ਅੱਜ ਦਾ ਕੈਂਸਲ ਹੈ ਜੀ। ਹਾਂਜੀ, ਨਾ ਕੋਈ ਇਸ਼ਤਿਹਾਰ ਵਾਲਾ ਪ੍ਰੋਗਰਾਮ ਹੁੰਦਾ ਸੀ, ਦਿਨ ਰੱਖੇ ਹੁੰਦੇ ਸੀ ਮਹਾਰਾਜ। ਜਦੋਂ ਪੁੰਨਿਆਂ ਵਾਲੇ ਦਿਨ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ 'ਚ ਬਹੁਤ ਸੰਗਤ ਇਕੱਠੀ ਹੋ ਜਾਂਦੀ ਸੀ ਨਾ। ਹਾਂਜੀ, ਤਬਹਿ ਪ੍ਰੀਤ ਧਰ ਕਰਹਿ ਆਹਾਰਾ, ਹਾਂਜੀ, ਅਨਕ ਪ੍ਰਕਾਰਨ ਕੇ ਕਰ ਤੇ ਤਿਆਰਾ। ਮਹਾਰਾਜ ਸੰਗਤ ਨੇ ਬਹੁਤ ਵੱਡੀ ਗਿਣਤੀ ਵਿੱਚ ਆਉਣਾ। ਇਹ ਸੰਤ ਮਨੋਹਰ ਦਾਸ ਜੀ ਨੇ ਸੱਚੇ ਪਾਤਸ਼ਾਹ ਸੰਗਤ ਵਾਸਤੇ ਲੰਗਰ ਤਿਆਰ ਕਰਨਾ ਜੀ। ਗੱਜ ਕੇ ਆਖੋ ਵਾਹਿ। ਭਾਵੇਂ ਕੋਈ ਕਰੇ ਲੰਗਰ ਤਿਆਰ, ਭਾਵੇਂ ਕੋਈ ਫੇਰੇ ਝਾੜੂ, ਭਾਵੇਂ ਕੋਈ ਮਾਂਡੇ ਭਾਂਡੇ ਤੇ ਭਾਵੇਂ ਮਹਾਰਾਜ ਜੀ ਦੀ ਤਾਬਿਆ ਬੈਠਾ ਹੋਵੇ, ਜਿਹੜਾ ਜਿਹੜਾ ਸਿੱਖ ਸੇਵਾ ਕਰੇਗਾ ਸਭ ਮੁਕਤੀ ਨੂੰ ਪ੍ਰਾਪਤ ਹੋਣਗੇ ਜੀ। ਮੁਕਤ ਭੁਗਤ ਜੁਗਤ ਤੇਰੀ ਸੇਵਾ। ਹਾਂਜੀ, ਸੇਵਾ ਹੈ ਹੀ ਐਸੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੇ ਬੜੇ ਪ੍ਰੇਮ ਨਾਲ ਲੰਗਰ ਤਿਆਰ ਕਰਨਾ ਸੰਗਤ ਵਾਸਤੇ। ਹਾਂਜੀ, ਸ੍ਰੀ ਗੁਰ ਅਮਰ ਕੇ ਰਸੰਤਾਨ, ਹਾਂਜੀ, ਤਨਹਿ ਚਾਵੇ ਕਰ ਕਰ ਮਾਨ। ਤੇ ਬੜੇ ਪ੍ਰੇਮ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੂੰ, ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਪਰਿਵਾਰ ਨੂੰ ਤੇ ਸੰਗਤਾਂ ਨੂੰ ਬੜੇ ਪਿਆਰ ਨਾਲ ਉਹ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀਗੇ। ਹਾਂਜੀ, ਮਨ ਭਾਵਤ ਦੇ ਮੋਦ ਪ੍ਰਬੀਨ, ਪੁਨ ਪਹਿਰਾਵਤ ਬਸਤਰ ਨਵੀਨ। ਤੇ ਸੱਚੇ ਪਾਤਸ਼ਾਹ ਮਾਇਆ ਉਹਨਾਂ ਕੋ ਖੁੱਲੀ ਸੀ, ਜਿਹਦੇ ਤਨ ਉੱਤੇ ਵੇਖਣਾ ਵੀ ਕੱਪੜਾ ਕੋਈ ਨਹੀਂ ਹੈਗਾ, ਫਿਰ ਉਹਨਾਂ ਨੇ ਮਹਾਰਾਜ ਉਹਨਾਂ ਨੂੰ ਕੱਪੜੇ ਵੀ ਦੇਣੇ। ਗੱਜ ਕੇ ਆਖੋ ਵਾਹਿਗੁਰੂ। ਪ੍ਰਸ਼ਾਦਾ ਛਕਾਉਣਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦਹੀਂ ਛਕਾਉਣਾ। ਤੇ ਸੱਚੇ ਪਾਤਸ਼ਾਹ ਮਹਾਰਾਜ ਜਿਹਦੇ ਤਨ ਉੱਤੇ ਕੱਪੜਾ ਨਹੀਂ ਸੀ ਹੁੰਦਾ, ਉਹਨੂੰ ਕੱਪੜੇ ਦਿੰਦੇ ਹੁੰਦੇ ਸੀਗੇ ਸੰਤ। ਹਾਂਜੀ, ਤਿਨ ਕੋ ਸੇਵਹਿ ਅਨਕ ਪ੍ਰਕਾਰੇ, ਕਰਹਿ ਕੀਰਤਨ ਜਾਏ ਚੁਬਾਰੇ। ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਸਰੀਰ ਤਿਆਗੇ ਨਾ, ਉਹਦੇ ਤੋਂ ਬਾਅਦ ਇਹ ਜਿਨ੍ਹਾਂ ਅੱਜ ਸਰੀਰ ਤਿਆਗਣ ਦੀ ਜਿਨ੍ਹਾਂ ਦੀ ਆਪਾਂ ਖਬਰ ਸੁਣੀ ਹੈ, ਸੱਚੇ ਪਾਤਸ਼ਾਹ ਚੁਬਾਰਾ ਸਾਹਿਬ ਜਾ ਕੇ ਉਹ ਕੀਰਤਨ ਕਰਦੇ ਹੁੰਦੇ ਸੀਗੇ ਜੀ। ਹਾਂਜੀ, ਮਹਾਰਾਜ ਉੱਥੇ ਜਾ ਕੇ ਉਹਨਾਂ ਨੇ ਕੀਰਤਨ ਕਰਨਾ, ਕੀਰਤਨ ਸੁਣਾਉਣਾ ਸੰਗਤ ਨੂੰ, ਕੀਰਤਨ ਸੁਣਾਉਣਾ, ਗੁਰੂ ਅਮਰਦਾਸ ਜੀ ਦਾ ਧਿਆਨ ਧਰ ਕੇ ਕੀਰਤਨ ਕਰਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਵੈਸੇ ਸੰਗਤ ਜੀ ਇੱਕ ਗੱਲ ਆਪਾਂ ਪੱਕੀ ਰੱਖੀਏ, ਜਿੱਥੇ ਸਤਿਗੁਰੂ ਹੋਣ ਠੀਕ ਹੈ, ਬਾਹਰੀ ਤੌਰ ਤੇ ਸਰੀਰ ਭਾਵੇਂ ਕੋਈ ਨਾ ਹੋਵੇ,
ਪਰ ਇੱਕ ਗੱਲ ਦਾ ਚੇਤਾ ਰੱਖੀਏ, ਬਹੁਤ ਕੁਝ ਐਸਾ ਹੈਗਾ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਵੇਖਦਾ ਜੀ। ਬਹੁਤ ਕੁਝ ਹੁੰਦਾ ਜੀ ਉੱਥੇ ਜੀ। ਹਾਂਜੀ, ਤੇ ਕਈ ਵਾਰ ਸੰਗਤ ਦਾ ਨਾਮ ਵੀ ਪ੍ਰੇਮੀ ਹੋਵੇ, ਪਰ ਉਹਨਾਂ ਮਨੋਹਰ ਦਾਸ ਹੋਣਾ ਬੜੇ ਪਿਆਰ ਨਾਲ ਕੀਰਤਨ ਕਰਨਾ, ਗੁਰੂ ਅਮਰਦਾਸ ਜੀ ਦਾ ਧਿਆਨ ਧਰ ਕੇ ਜੀ। ਧਿਆਨ ਧਰ ਕੇ ਮਹਾਰਾਜ ਕੀਰਤਨ ਕਰਦੇ ਹੁੰਦੇ ਸੀ ਚੌਬਾਰਾ ਸਾਹਿਬ। ਹਾਂਜੀ, ਕਬਹਿ ਬਾਵਲੀ ਬੈਠੇ ਆਏ, ਹਾਂਜੀ, ਆਸਾ ਵਾਰ ਸ਼ਬਦ ਜੋਤ ਮਹਾਰਾਜ ਗਾਏ। ਉਹ ਕੀਰਤਨੀਏ ਸਨ। ਕਦੀ ਕਦੀ ਤੇ ਬੌਲੀ ਸਾਹਿਬ ਆ ਕੇ ਬੈਠ ਜਾਣਾ, ਉੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਜੀ। ਜਿੱਥੇ ਦੀਵਾਨ ਸੱਜਦਾ ਹੁੰਦਾ ਸੀ ਨਾ, ਜਿੱਥੇ ਅੱਜ ਦਰਬਾਰ ਸਾਹਿਬ ਬਣਿਆ ਗੋਇੰਦਵਾਲ ਸਾਹਿਬ ਦਾ, ਉੱਥੇ ਬੈਠ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ। ਕੀਰਤਨ ਕਰਨ ਵਾਲਾ ਸਿੱਖ ਅੰਦਰੋਂ ਹੋ ਕੇ ਕੀਰਤਨ ਕਰੇ, ਉਹਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਸੁਣੋ, ਕੀਰਤਨ ਕਰਨ ਵਾਲਾ ਸਿੱਖ ਅੰਦਰੋਂ ਹੋ ਕੇ ਕੀਰਤਨ ਕਰੇ, ਉਹਨੂੰ ਬਹੁਤ ਕੁਝ ਮਿਲਦਾ ਜੀ। ਬਾਹਰ ਦੇਸ਼ ਤੋਂ ਗੁਰੂ ਅਰਜਨ ਸਾਹਿਬ ਜੀ ਦੇ ਹਜ਼ੂਰ ਇੱਕ ਰਾਗੀ ਆਇਆ ਜੀ। ਬੇਨਤੀ 'ਚ ਰਾਗੀ ਵਿੱਚ ਤੇ ਕੀਰਤਨੀਏ ਵਿੱਚ ਫਰਕ ਹੁੰਦਾ ਜੀ। ਹਾਂਜੀ, ਉਹਨੇ ਇਹ ਸੁਣਿਆ ਸੀ ਵੀ ਉੱਥੇ ਗੁਰੂ ਅਰਜਨ ਸਾਹਿਬ ਰਾਗ ਸੁਣਦੇ ਨੇ। ਇਹ ਨਹੀਂ ਸੁਣਿਆ ਵੀ ਰਾਗ ਗੁਰਬਾਣੀ ਵਾਲਾ ਸੁਣਦੇ ਨੇ, ਉਹ ਵੀ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਆ ਜਾਂਦਾ ਜੀ। ਰਾਗ ਤੇ ਉਹ ਤਾਂ ਬੜੇ ਪ੍ਰਕਾਰ ਦੇ ਨੇ, ਪਰ ਉਹਨੇ ਇਹ ਸੁਣ ਲਿਆ ਵੀ ਮਹਾਰਾਜ ਰਾਗ ਸੁਣਦੇ, ਤੇ ਜਿਹੜਾ ਰਾਗ ਵਧੀਆ ਸੁਣਾਵੇ ਉਹਨੂੰ ਮਾਇਆ ਵੀ ਬੜੀ ਦਿੰਦੇ ਜੀ। ਤੇ ਗੁਣੀ ਬੰਦਾ ਸੀਗਾ ਜੀ, ਉਹ ਇਸ ਹਿਸਾਬ ਨਾਲ ਆਇਆ ਵੀ ਚਲੋ ਜਾਵਾਂਗਾ ਤੇ ਮਾਇਆ ਲਵਾਂਗਾ ਉਹਨਾਂ ਕੋਲ ਜੀ। ਆ ਗਿਆ ਜੀ, ਬੜੇ ਮਾਣ ਨਾਲ ਆਇਆ ਵੀ ਮੈਂ ਰਾਗੀ ਬੜਾ ਵੱਡਾ ਜੀ। ਹਾਂਜੀ, ਤੇ ਮਨ ਵਿੱਚ ਫੁਰਨਾ ਲੈ ਕੇ ਆਇਆ ਵੀ ਮੈਂ ਮਹਾਰਾਜ ਕੋਲੋਂ ਮਾਇਆ ਲੈ ਕੇ ਜਾਣੀ ਹੈ ਇੱਥੋਂ। ਦਰਬਾਰ ਸਾਹਿਬ ਸਤਿਗੁਰੂ ਬੈਠੇ ਜੀ, ਆ ਕੇ ਕਹਿਣ ਲੱਗਾ ਜੀ ਮੈਂ ਰਾਗੀ ਆ। ਤੇ ਮਹਾਰਾਜ ਕਹਿੰਦੇ ਠੀਕ ਹੈ ਭਾਈ, ਜੇ ਤੂੰ ਰਾਗੀ ਆ ਹੈ। ਤੇ ਉਹ ਚਾਹੁੰਦਾ ਸੀ ਵੀ ਗੁਰੂ ਸਾਹਿਬ ਆਖਣ ਵੀ ਤੂੰ ਕੋਈ ਰਾਗ ਸੁਣਾ, ਆਪ ਕਹਿਣਾ ਨਹੀਂ ਚਾਹੁੰਦਾ ਵੀ ਮੈਂ ਰਾਗ ਸੁਣਾਉਣਾ। ਹਾਂਜੀ, ਫੇਰ ਆਖਿਆ ਮਹਾਰਾਜ ਮੈਂ ਰਾਗੀ ਆ। ਮਹਾਰਾਜ ਕਹਿੰਦੇ ਠੀਕ ਹੈ ਭਾਈ ਤੂੰ ਰਾਗੀ ਹੈ। ਫੇਰ ਕਹਿੰਦਾ ਜੀ ਮੈਂ ਰਾਗੀ ਆ। ਮਹਾਰਾਜ ਕਹਿੰਦੇ ਠੀਕ ਹੈ ਭਾਈ ਜੇ ਤੂੰ ਰਾਗੀ ਆ ਤੇ। ਹਾਂਜੀ, ਤੇ ਮਹਾਰਾਜ ਜੀ ਤੇ ਚਲੇ ਗਏ, ਤੇ ਉਹ ਦਰਬਾਰ ਸਾਹਿਬ ਪਰਿਕਰਮਾ 'ਚ ਬੈਠਾ ਉਦਾਸ ਹੋ ਗਿਆ ਜੀ। ਪਰਿਕਰਮਾ 'ਚ ਆ ਕੇ ਭਾਈ ਗੁਰਦਾਸ ਜੀ, ਗੱਜ ਕੇ ਆਖੋ ਵਾਹਿਗੁਰੂ। ਸਿੱਖ ਮਿਲ ਗਿਆ, ਸਿੱਖ ਨੇ ਜੁਗਤੀ ਦੱਸਣੀ ਸੀ। ਉਹ ਕਹਿਣ ਲੱਗੇ ਵੀ ਕੀਤੇ ਹੋਣ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਤੇ ਚਿਹਰਾ ਹੋਵੇ ਉਦਾਸ, ਇਹ ਤੇ ਗੱਲ ਨਹੀਂ ਬਣਦੀ। ਉਹ ਕਹਿਣ ਲੱਗਾ ਵੀ ਮੈਂ ਰਾਗੀ ਬਹੁਤ ਵੱਡਾ, ਮੈਂ ਸੁਣਿਆ ਸੀ ਗੁਰੂ ਸਾਹਿਬ ਰਾਗ ਸੁਣਦੇ ਨੇ, ਤੇ ਜਿਹੜੇ ਕੋ ਰਾਗ ਸੁਣਨ ਉਹਨੂੰ ਪੈਸੇ ਵੀ ਬੜੇ ਦਿੰਦੇ ਜੀ। ਉਹ ਕਹਿੰਦੇ ਵੀ ਗੱਲ ਤੂੰ ਅੱਧੀ ਸੁਣੀ, ਪੂਰੀ ਨਹੀਂ ਸੁਣੀ। ਸੁਣਦੇ ਤੇ ਉਹ ਰਾਗ ਹੀ ਨੇ, ਪਰ ਰਾਗਾਂ ਦੇ ਵਿੱਚ ਗੁਰਬਾਣੀ ਸੁਣਦੇ ਨੇ। ਉਹ ਜਿਹੜਾ ਬੜੇ ਪਿਆਰ ਨਾਲ ਸੁਣਾਵੇ ਉਹਨੂੰ ਬਹੁਤ ਕੁਝ ਦਿੰਦੇ। ਭਾਈ ਸਾਹਿਬ ਨੇ ਉਹਨੂੰ ਗੁਰਬਾਣੀ ਦਾ ਸ਼ਬਦ ਕੰਠ ਕਰਾ ਦਿੱਤਾ ਜੀ। ਤੇ ਕਹਿੰਦੇ ਵੀ ਹੁਣ ਕੱਲ ਨੂੰ ਗੁਰੂ ਸਾਹਿਬ ਨੂੰ ਇਹ ਨਹੀਂ ਕਹਿਣਾ ਵੀ ਮੈਂ ਰਾਗੀ ਆ, ਆਖੀ ਤੁਹਾਨੂੰ ਸ਼ਬਦ ਸੁਣਾਉਣਾ। ਹਾਂਜੀ, ਉਹ ਕਹਿੰਦਾ ਜੀ ਠੀਕ ਹੈ। ਭਾਈ ਸਾਹਿਬ ਨੇ ਉਹਨੂੰ ਸ਼ਬਦ ਯਾਦ ਕਰਾ ਦਿੱਤਾ ਜੀ। ਉਹਨੇ ਸ਼ਬਦ ਯਾਦ ਕਰ ਲਿਆ, ਉਹਨੂੰ ਰਾਗ ਵਿੱਚ ਉਹਦੇ ਪ੍ਰੈਕਟਿਸ ਕਰ ਲਈ, ਅਭਿਆਸ ਕਰ ਲਿਆ। ਅਗਲਾ ਦਿਨ ਆਇਆ, ਹੱਥ ਜੋੜ ਕੇ ਕਹਿੰਦਾ ਮਹਾਰਾਜ ਤੁਹਾਨੂੰ ਸ਼ਬਦ ਸੁਣਾਉਣਾ ਗੁਰਬਾਣੀ ਦਾ। ਮਹਾਰਾਜ ਕਹਿੰਦੇ ਅੱਛਾ। ਕਹਿਣ ਲੱਗਾ ਜੀ ਹਾਂ। ਮਹਾਰਾਜ ਕਹਿੰਦੇ ਵੱਖਰੀ ਚਾਦਰ ਵਿਛਾਓ ਇਹਦੇ ਲਈ। ਅੱਜ ਕੇ ਆਖੋ ਵਾਹਿਗੁਰੂ। ਇਹਦੇ ਲਈ ਵੱਖਰੀ ਚਾਦਰ ਵਿਛਾਓ। ਕਹਿਣ ਲੱਗੇ ਨੇ ਗੁਰਬਾਣੀ ਸੁਣਾਉਣੀ ਸਾਨੂੰ ਜੀ। ਹਾਂਜੀ, ਸਤਿਕਾਰ ਤੇ ਗੁਰਬਾਣੀ ਦਾ ਹੈਗਾ ਜੀ, ਰਾਗਾਂ ਦਾ ਥੋੜੀ ਹੈਗਾ ਜੀ, ਗੁਰਬਾਣੀ ਦਾ ਸਤਿਕਾਰ ਹੈ। ਇਹਨੇ ਗੁਰਬਾਣੀ ਸੁਣਾਉਣੀ, ਇਹਦੇ ਲਈ ਵੱਖਰੀ ਚਾਦਰ, ਵੱਖਰਾ ਆਸਣ ਲਾਓ। ਉਹ ਬੜਾ ਹੈਰਾਨ ਹੋਇਆ, ਕਹਿਣ ਲੱਗੇ ਕੱਲ ਤੇ ਸਾਨੂੰ ਪੁੱਛਦੇ ਨਹੀਂ ਸੀਗੇ। ਤੇ ਆਖਰ ਬੈਠ ਗਿਆ ਜੀ, ਤੇ ਬੜੇ ਪਿਆਰ ਨਾਲ ਗੁਰਬਾਣੀ ਦਾ ਸ਼ਬਦ ਉਹਨੇ ਸੁਣਾਇਆ। ਮਹਾਰਾਜ ਸਿੱਖ ਨੂੰ ਕਹਿੰਦੇ ਵੀ ਇੱਕ ਥਾਲ ਮੋਹਰਾਂ ਦੀ ਭਰ ਕੇ ਲਿਆਓ। ਉਹ ਥਾਲ ਮੋਹਰਾਂ ਦੀ ਭਰ ਕੇ ਲੈ ਕੇ ਆਇਆ ਗੁਰੂ ਕਾ ਸਿੱਖ। ਮਹਾਰਾਜ ਕਹਿੰਦੇ ਵੀ ਭਾਈ ਆਪਣੀ ਝੋਲੀ ਕਰ। ਝੋਲੀ ਕੀਤੀ, ਮਹਾਰਾਜ ਨੇ ਮੋਹਰਾਂ ਦੀ ਥਾਲੀ ਉਹਦੇ ਝੋਲੀ 'ਚ ਪਾ ਦਿੱਤੀ ਜੀ। ਮਹਾਰਾਜ ਕਹਿੰਦੇ ਆ ਲੈ ਜਿਹੜਾ ਤੂੰ ਗੁਰਬਾਣੀ ਦਾ ਸ਼ਬਦ ਪੜਿਆ ਉਹਦੀ ਭੇਟਾ ਦੇ ਰਹੇ ਆ ਤੈਨੂੰ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਦੇ ਮਨ ਵਿੱਚ ਆਇਆ ਵੀ ਇਹ ਤੇ ਭੇਟਾ ਹੀ ਦਿੱਤੀ ਹੈ ਵੈਸੇ ਹੀ, ਤੇ ਮੁੱਲ ਤੇ ਦਿੱਤਾ ਹੀ ਨਹੀਂ ਸ਼ਬਦ ਦਾ ਇਹਨਾਂ ਨੇ। ਅੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਜੀ ਮੈਂ ਮੁੱਲ ਲੈਣਾ, ਮੁੱਲ
ਮੈਂ ਮਹਾਰਾਜ ਰਾਗ ਇੰਨਾ ਸੋਹਣੇ ਰਾਗ ਵਿੱਚ ਗੁਰਬਾਣੀ ਦਾ ਸ਼ਬਦ ਪੜ੍ਹਿਆ, ਮੈਂ ਮੁੱਲ ਲੈਣਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਇੱਕ ਸਿੱਖ ਨੂੰ ਵੀ ਇੱਕ ਹੋਰ ਮੋਹਰਾਂ ਦੀ ਥਾਲੀ ਭਰੋ ਤੇ ਇਹਨੂੰ ਦੇ ਦਿਓ। ਕਹਿਣ ਲੱਗੇ ਉਹ ਇੱਕ ਹੋਰ ਥਾਲੀ ਮਿਲ ਗਈ ਜੀ ਉਹਨੂੰ ਮੋਹਰਾਂ ਦੀ। ਮਹਾਰਾਜ ਫਿਰ ਕਹਿਣ ਲੱਗੇ ਵੀ ਇਹ ਜਿਹੜਾ ਤੂੰ ਗੁਰਬਾਣੀ ਦਾ ਸ਼ਬਦ ਸੁਣਾਇਆ ਨਾ, ਇਹ ਇਹਦੀ ਭੇਟਾ ਹੈ। ਕਹਿਣ ਲੱਗੇ ਦਰਸ਼ਨੀ ਬਸ ਵੀ ਤੂੰ ਸਾਨੂੰ ਸੁਣਾਇਆ, ਅਸੀਂ ਤੇਰਾ ਮਾਣ ਕੀਤਾ, ਤੇਰਾ ਸਤਿਕਾਰ ਕੀਤਾ ਤੇ ਸ਼ਬਦ ਦਾ ਮੁੱਲ ਨਹੀਂ ਦਿੱਤਾ ਤੈਨੂੰ। ਕਹਿੰਦਾ ਜੀ ਮੈਂ ਤੇ ਮੁੱਲ ਲੈਣਾ, ਲਾਲਚ ਸੀਗਾ। ਕਹਿਣ ਲੱਗਾ ਮੈਂ ਬੜੀ ਦੂਰੋਂ ਆਇਆ, ਜਿਹਦੀ ਭੇਟਾ ਹੀ ਇੰਨੀ ਹੈ, ਮੈਂ ਤੇ ਇੱਕ ਸੋਨੇ ਦੀ ਮੋਹਰ ਨਹੀਂ ਵੇਖੀ ਤੇ ਇੰਨਾ ਮਿਲ ਗਿਆ। ਜਿਹਦੀ ਭੇਟਾ ਇੰਨੀ ਹੈ ਉਹਦਾ ਮੁੱਲ ਕਿੰਨਾ ਹੋਏਗਾ? ਹਾਂਜੀ। ਕਹਿਣ ਲੱਗਾ ਜੀ ਮੈਨੂੰ ਮੁੱਲ ਦਿਓ। ਸਤਿਗੁਰੂ ਕਹਿੰਦੇ ਭਾਈ ਪੁਰਖਾ ਗੱਲ ਧਿਆਨ ਨਾਲ ਸੁਣ ਲਾ, ਗੁਰਬਾਣੀ ਦਾ ਤੂੰ ਕੀਰਤਨ ਕੀਤਾ, ਤੈਨੂੰ ਭੇਟਾ ਦਿੱਤੀ ਹੈ, ਗੱਲ ਧਿਆਨ ਨਾਲ ਸੁਣ। ਇਹ ਦੁਨੀਆ ਸਾਰੀ ਵੇਚ ਕੇ ਵੀ ਤੈਨੂੰ ਦੇ ਦਈਏ, ਗੁਰਬਾਣੀ ਦੇ ਇੱਕ ਸ਼ਬਦ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਕਹਿਣ ਲੱਗੇ ਇੱਕ ਸ਼ਬਦ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰਬਾਣੀ ਇੰਨੀ ਵੱਡੀ ਹੈ ਜੀ। ਤੇ ਗੁਰਮੁਖੋ ਜਿਹੜਾ ਰਾਗੀ ਸਿੱਖ, ਕੀਰਤਨੀਆਂ ਸਿੱਖ ਗੁਰਬਾਣੀ ਨੂੰ ਪ੍ਰੇਮ ਨਾਲ ਗਾਵੇ, ਉਹਦੀ ਜ਼ਿੰਦਗੀ ਸਫਲੀ ਹੋ ਜਾਂਦੀ ਜੀ। ਮਾਇਆ ਦੀ ਤੇ ਉਹਨੂੰ ਕੋਈ ਕਮੀ ਨਹੀਂ ਰਹਿੰਦੀ ਜੀ। ਹਾਂਜੀ। ਤੇ ਜਿਹੜੇ ਕੀਰਤਨ ਦਾ ਮੁੱਲ ਰੱਖਦੇ ਨਾ ਜੀ ਵੀ 51,000 1 ਲੱਖ ਪਾਉਂਡ ਜੇ ਵੋ, ਗੁਰਮੁਖੋ ਫਿਰ ਉਹ ਭੁਲੇਖੇ ਵਿੱਚ ਹੀ ਨੇ ਅਜੇ ਤੱਕ ਜੀ। ਗੁਰਬਾਣੀ ਦਾ ਥੋੜੀ ਮੁੱਲ ਹੈਗਾ। ਸੰਤ ਮਨੋਹਰ ਦਾਸ ਹੋਣਾ ਨੇ ਗੁਰਬਾਣੀ ਦਾ ਕੀਰਤਨ ਮਨੋ ਕੋ ਕੇ ਕੀਤਾ ਜੀ, ਮਨੋ ਕੇ ਜੀ। ਗੁਰੂ ਕੇ ਸਿੱਖ ਨੇ ਦੱਸਿਆ ਮਹਾਰਾਜ ਇਹ ਗੁਰਬਾਣੀ ਦਾ ਕੀਰਤਨ ਕਰਦੇ ਹੁੰਦੇ ਸੀ। ਚੌਬਾਰਾ ਸਾਹਿਬ ਜਾ ਕੇ ਕੀਰਤਨ ਕਰਨਾ, ਬੌਲੀ ਸਾਹਿਬ ਜਾ ਕੇ ਕੀਰਤਨ ਕਰਨਾ, ਆਸਾ ਜੀ ਦੀ ਵਾਰ ਦਾ ਉੱਥੇ ਕੀਰਤਨ ਕਰਨਾ। ਹਾਂਜੀ। ਗੁਰੂ ਅਮਰ ਸੰਤਤ ਕੇ ਪਾਸ, ਹਾਂਜੀ। ਕਰ ਗੁਰ ਭਗਤ ਮਨੋਹਰ ਦਾਸ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਤਾਨ ਦੇ ਪਾਸ ਆ ਕੇ ਮਨੋਹਰ ਦਾਸ ਜੀ ਨੇ ਬੜੀ ਵੱਡੀ ਭਗਤੀ ਕੀਤੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੈ ਤੇ ਸਿੱਖ ਹੀ ਸਨ ਜੀ ਉੱਥੇ ਰਹਿੰਦੇ, ਪਰ ਮਹਾਰਾਜ ਦੇ ਪਰਿਵਾਰ ਵਿੱਚ ਰਹਿੰਦੇ ਸਨ, ਇਸ ਕਰਕੇ ਸਾਰੇ ਪਰਿਵਾਰ ਵਾਲਾ ਹੀ ਕਹਿੰਦੇ ਸੀ ਉਹਨਾਂ ਨੂੰ ਜੀ। ਮਹਾਰਾਜ ਦੇ ਪਰਿਵਾਰ ਵਿੱਚ ਰਹਿ ਕੇ ਬੜੀ ਵੱਡੀ ਭਗਤੀ ਕੀਤੀ, ਕੀਰਤਨ ਕੀਤਾ, ਸੰਗਤਾਂ ਨੂੰ ਲੰਗਰ ਛਕਾਇਆ, ਬੜੀ ਭਗਤੀ ਕੀਤੀ ਉਹਨਾਂ ਨੇ। ਹਾਂਜੀ। ਇਨ ਸ਼ੁਭ ਕਰਮਨ ਕੋ ਫਲ ਹੋਵਾ। ਮਹਾਰਾਜ ਤੁਸੀਂ ਪੁੱਛਿਆ ਵੀ ਸਿੱਖੋ ਦੱਸੋ ਉਹ ਕਿੰਨਾ ਕਰਮਾਂ ਕਰਕੇ ਸੱਚਖੰਡ ਗਏ। ਮਹਾਰਾਜ ਸਾਨੂੰ ਤਾਂ ਇੰਨਾ ਕੁ ਪਤਾ ਲੱਗਾ ਜੀ, ਬਾਕੀ ਆਪ ਜੀ ਨੂੰ ਪਤਾ, ਤੁਸੀਂ ਅੰਤਰਜਾਮੀ ਹੋ। ਹਾਂਜੀ। ਲਹਿਓ ਮਹਾਪਦ ਜੋ ਤੁਮ ਜੋਵਾ। ਹਾਂਜੀ। ਕਹੇ ਆਪ ਕੇ ਹਮ ਤੇ ਜਾਣਿਓ, ਇਸ ਪ੍ਰਕਾਰ ਤਪ ਤਿਸਨੇ ਠਾਨਿਓ। ਮਹਾਰਾਜ ਇਸ ਪ੍ਰਕਾਰ ਦਾ ਤਪ ਸੰਤ ਮਨੋਹਰ ਦਾਸ ਜੀ ਨੇ, ਸਾਰੇ ਸੰਤ ਹੀ ਕਹਿੰਦੇ ਹੁੰਦੇ ਸੀ ਜੀ ਉਹਨਾਂ ਨੂੰ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਨਾਂ ਨੇ ਕੀਤਾ ਇਸ ਤਰ੍ਹਾਂ ਦਾ ਤਪ। ਸੱਚੇ ਪਾਤਸ਼ਾਹ ਸਾਨੂੰ ਤੇ ਇਉਂ ਲੱਗਦਾ ਵੀ ਉਹਦਾ ਫਲ ਹੈ, ਅੱਗੋਂ ਸੱਚੇ ਪਾਤਸ਼ਾਹ ਆਪ ਜੀ ਨੂੰ ਸਾਰੀ ਗੱਲ ਦਾ ਪਤਾ। ਹਾਂਜੀ। ਹਿਮ ਸੁਣ ਕੇ ਸ੍ਰੀ ਹਰਿਗੋਬਿੰਦ, ਬੋਲੇ ਬਾਕ ਸੁਨਾਵਤ ਬ੍ਰਹੰਦ। ਤੇ ਹੁਣ ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਆ ਬਚਨ ਜਦੋਂ ਹੋ ਗਿਆ, ਮਨੋਹਰ ਦਾਸ ਜੀ ਦੀ ਗੱਲ ਤੇ ਸੰਪੂਰਨ ਹੋ ਗਈ ਜੀ। ਸਤਿਗੁਰੂ ਆਪਣੇ ਸਿੱਖਾਂ ਨੂੰ ਸੁਣਾ ਕੇ ਇਹ ਗੱਲ ਕਹਿਣ ਲੱਗੇ। ਸਭਾ ਵਿੱਚ ਬੈਠੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਮਹਾਰਾਜ ਦੇ ਅੱਗੇ ਬੈਠੇ ਨੇ। ਮਹਾਰਾਜ ਸੁਣਾ ਕੇ ਗੱਲ ਕਹਿਣ ਲੱਗੇ। ਹਾਂਜੀ। ਸ੍ਰੀ ਗੁਰੂ ਅਮਰਦਾਸ ਸੰਤਾਨ, ਹਾਂਜੀ। ਹਮ ਨ ਸੇਵੇ ਕਬ ਨਿਜ ਪਾਨ। ਮਹਾਰਾਜ ਕਹਿਣ ਲੱਗੇ ਮਨੋਹਰ ਦਾਸ ਜੀ ਗੁਰੂ ਅਮਰਦਾਸ ਸਾਹਿਬ ਦੇ ਪਰਿਵਾਰ ਕੋਲ ਰਹਿ ਕੇ ਇੰਨੀ ਵੱਡੀ ਸੇਵਾ ਕਰਦੇ ਰਹੇ। ਕਹਿਣ ਲੱਗੇ ਇੰਨੀ ਵੱਡੀ ਸੇਵਾ ਕੀਤੀ ਉਹਨਾਂ ਨੇ, ਨਾਲੇ ਕੀਰਤਨ ਕੀਤਾ, ਨਾਲੇ ਗੁਰੂ ਜੀ ਦੇ ਪਰਿਵਾਰ ਦੀ ਸੇਵਾ ਕੀਤੀ, ਸੰਗਤਾਂ ਦੀ ਸੇਵਾ ਕੀਤੀ। ਸਿੱਖੋ ਸਾਨੂੰ ਤੇ ਬਹੁਤ ਸਮਾਂ ਹੋ ਗਿਆ, ਅਸੀਂ ਗੁਰੂ ਅਮਰਦਾਸ ਸਾਹਿਬ ਦੇ ਪਰਿਵਾਰ ਦੀ ਸੇਵਾ ਨਹੀਂ ਕੀਤੀ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਸਾਨੂੰ ਸਿਖਾ ਰਹੇ ਮਹਾਰਾਜ ਸਾਨੂੰ ਜੀ, ਉਹ ਤੇ ਆਪ ਗੁਰ ਪਰਮੇਸ਼ਰ ਨੇ ਜੀ, ਸਾਨੂੰ ਸਿਖਾ ਰਹੇ। ਮਹਾਰਾਜ ਕਹਿੰਦੇ ਸਾਨੂੰ ਤੇ ਬਹੁਤ ਸਮਾਂ ਹੋ ਗਿਆ। ਹਾਂਜੀ। ਕਰ ਸੋ ਟਹਿਲ ਨ ਹਮ ਤੇ ਹੋਈ। ਅਸੀਂ ਆਪਣੇ ਹੱਥਾਂ ਨਾਲ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਦੀ ਸੇਵਾ ਹੀ ਨਹੀਂ ਕੀਤੀ। ਕਹਿਣ ਲੱਗੇ ਹਾਂਜੀ। ਦੇਤ ਮਹਾ ਪਦਵੀ ਕੋ ਜੋਈ। ਜਿਹੜੀ ਮਹਾਨ ਪਦਵੀ ਸਾਨੂੰ ਪ੍ਰਾਪਤ ਹੋਈ ਹੈ, ਇਹ ਉਥੋਂ ਪ੍ਰਾਪਤ ਹੋਈ ਹੈ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਪਿੱਛੇ ਕਥਾ ਸੁਣੀ, ਜਿੰਨਾ ਪਿੱਛੇ ਕਥਾ ਸੁਣੀ ਉਹ ਤੇ ਗੱਲ ਸਮਝ ਗਏ ਹੋਣਗੇ ਜੀ।
ਜਦੋਂ ਮਹਾਰਾਜ ਗਏ ਸਨ ਨਾ ਗੋਇੰਦਵਾਲ ਸਾਹਿਬ ਦਰਸ਼ਨ ਕਰਨ, ਉੱਥੇ ਫਿਰ ਬਾਬਾ ਸੁੰਦਰ ਜੀ ਨੇ ਬੇਨਤੀ ਕੀਤੀ ਵੀ ਇੱਥੇ ਰਹੋ ਮਹਾਰਾਜ, ਤੁਸੀਂ ਗੋਇੰਦਵਾਲ ਸਾਹਿਬ ਵਿੱਚ ਪੱਕੇ ਹੀ ਰਹੋ, ਇੱਥੇ ਰਹੋ। ਤੁਸੀਂ ਬੜੇ ਸਮੇਂ ਬਾਅਦ ਆਉਂਦੇ ਹੋ ਤਾਂ ਸਾਨੂੰ ਇਉਂ ਲੱਗਦਾ ਵੀ ਤੁਸੀਂ ਗੋਇੰਦਵਾਲ ਸਾਹਿਬ ਨੂੰ ਭੁੱਲ ਗਏ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਅਸੀਂ ਗੋਇੰਦਵਾਲ ਸਾਹਿਬ ਨੂੰ ਕਦੀ ਨਹੀਂ ਭੁੱਲ ਸਕਦੇ। ਮਹਾਰਾਜ ਕਿਵੇਂ? ਮਹਾਰਾਜ ਕਹਿੰਦੇ ਸਾਡੇ ਦਾਦਾ ਜੀ ਨੇ ਇੱਥੇ ਸੇਵਾ ਕਰ ਕਰਕੇ ਵੱਡੀ ਪਦਵੀ ਲਈ ਹੈ। ਕਹਿਣ ਲੱਗੇ ਇੱਥੇ ਸੇਵਾ ਕਰ ਕਰਕੇ ਸਾਡੇ ਦਾਦਾ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਇੱਥੇ ਸੇਵਾ ਕੀਤੀ। ਕਹਿਣ ਲੱਗੇ ਸਾਡੇ ਪਿਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਆਗਮਨ ਇਸ ਥਾਂ ਤੇ ਹੋਇਆ। ਕਹਿਣ ਲੱਗੇ ਅਸੀਂ ਇਸ ਧਰਤੀ ਨੂੰ ਭੁੱਲ ਨਹੀਂ ਸਕਦੇ ਜੀ। ਹਾਂਜੀ, ਉਹ ਬਚਨ ਮਹਾਰਾਜ ਹੁਣ ਕਰਨ ਦੇ। ਮਹਾਰਾਜ ਕਹਿੰਦੇ ਸਾਡੇ ਵੱਡਿਆਂ ਨੇ ਉਸ ਸਥਾਨ ਤੇ ਰਹੇ ਨੇ ਤੇ ਆਪਾਂ ਬਹੁਤ ਸਮਾਂ ਹੋ ਗਿਆ ਆਪਣੇ ਹੱਥਾਂ ਨਾਲ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਦੀ ਸੇਵਾ ਨਹੀਂ ਕੀਤੀ। ਹਾਂਜੀ, ਜਬ ਤੇ ਤੁਰਕਨ ਕੀਨ ਬਖੇਰਾ, ਤਬ ਤੇ ਗੋਂਦਵਾਲ ਨਾ ਹੇਰਾ। ਕਿਉਂ? ਜਦੋਂ ਦਾ ਇਹਨਾਂ ਤੁਰਕਾਂ ਨੇ ਬਖੇਰਾ ਸ਼ੁਰੂ ਕੀਤਾ, ਜੰਗ ਯੁੱਧ ਸ਼ੁਰੂ ਕੀਤੇ ਨੇ, ਉਸ ਦਿਨ ਤੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਦੇ ਦਰਸ਼ਨ ਨਹੀਂ ਹੋਏ। ਹੁੰਦੇ ਤੇ ਸਨ ਦਰਸ਼ਨ, ਪਰ ਉਸ ਤਰੀਕੇ ਨਾਲ ਨਾ ਜੀ। ਹੁਣੇ ਆਏ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ ਪਰਿਵਾਰ ਆਇਆ ਸੀ, ਪਰ ਬਾਬਾ ਗੁਰਦਿੱਤਾ ਜੀ ਦੇ ਅਕਾਲ ਚਲਾਣੇ ਉੱਤੇ ਆਇਆ ਸੀ ਜੀ, ਉਰੋਂ ਇੰਨੀ ਸੇਵਾ ਨਹੀਂ ਹੋਈ ਜੀ। ਹਾਂਜੀ, ਸ਼੍ਰੀ ਗੁਰ ਅਮਰਦਾਸ ਸੰਤਾਨ, ਕਿਮ ਹਮ ਸੇਵਾ ਕਰਹਿ ਮਹਾਨ। ਮਹਾਰਾਜ ਕਹਿੰਦੇ ਸਿੱਖੋ ਤੁਸੀਂ ਦੱਸੋ, ਹੋਵੇ ਗੁਰੂ ਅਮਰਦਾਸ ਸਾਹਿਬ ਜੀ ਦਾ ਪਰਿਵਾਰ, ਉਹਨਾਂ ਦੀ ਸੰਤਾਨ, ਤੇ ਅਸੀਂ ਕਿਸ ਤਰੀਕੇ ਨਾਲ ਉਹਨਾਂ ਦੀ ਸੇਵਾ ਕਰੀਏ? ਸਾਨੂੰ ਦੱਸੋ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵੇਖ ਲਓ ਜਿਹਦਾ ਜਿੰਨਾ ਸਤਿਕਾਰ ਬਣਦਾ ਸਤਿਗੁਰੂ ਦਿੰਦੇ ਨੇ ਜੀ। ਐਸੀ ਗੱਲ ਨਹੀਂ ਹੈਗੀ। ਹੁਣ ਸਤਿਗੁਰੂ ਆਪ ਮਾਲਕ ਤੇ ਖੁਦ ਸੇਵਾ ਕਰਨ ਦੀ ਗੱਲ ਕਰਨ, ਤੁਸੀਂ ਆਪੇ ਹਿਸਾਬ ਲਾ ਲਓ। ਹਾਂਜੀ, ਤਿਸ ਪੁਰ ਹਮ ਤੇ ਜਾਏ ਨਾ ਜਾਈ। ਮਹਾਰਾਜ ਕਿੰਨੇ ਨਾਲੇ ਵਿਚਾਰ ਦੇਤੀ। ਸੱਚੇ ਪਾਤਸ਼ਾਹ ਕਹਿੰਦੇ ਬਹੁਤ ਸਮਾਂ ਹੋ ਗਿਆ ਸੀ ਗੋਇੰਦਵਾਲ ਸਾਹਿਬ ਨਹੀਂ ਗਏ ਤੇ ਸਾਨੂੰ ਇਉਂ ਲੱਗਦਾ ਵੀ ਹੁਣ ਅਸੀਂ ਜਾ ਵੀ ਨਹੀਂ ਸਕਦੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ? ਕੁਝ ਸਿੱਖਾਂ ਨਾਲ ਪਹਿਲਾਂ ਹੀ ਬਚਨ ਕਰਦੇ ਸੀ ਵੀ ਹੁਣ ਕੀਰਤਪੁਰ ਸਾਹਿਬ ਹੀ ਰਹਿਣਾ ਤੇ ਇੱਥੇ ਰਹਿ ਕੇ ਹੀ ਸਰੀਰ ਛੱਡਣਾ ਜੀ। ਹਾਂਜੀ, ਚਿਰੰਕਾਲ ਭਾ ਖਬਰ ਨਾ ਪਾਈ। ਆਏ ਤੇ ਸਨ ਪਰ ਬਹੁਤਾ ਬਚਨ ਬਲਾਸ ਨਹੀਂ ਹੋਇਆ। ਬਾਬਾ ਸੁੰਦਰ ਜੀ ਹੋਣਾ ਨਾਲ, ਉਹਨਾਂ ਦੇ ਕੁੱਲ ਪਰਿਵਾਰ ਦੇ ਨਾਲ, ਤੇ ਹੁਣ ਕੋਈ ਖਬਰ ਲਈਏ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੀ। ਹਾਂਜੀ, ਹਮ ਕੋ ਰਹੇ ਜੋ ਬਿਗਨ ਬਸਾਲਾ। ਹਾਂਜੀ, ਤੁਰਕਨ ਸੰਗ ਜੰਗ ਸਭ ਕਾਲਾ। ਕਿਉਂ? ਇਹਨਾਂ ਤੁਰਕਾਂ ਨਾਲ ਜੰਗਾਂ ਕਰਦਿਆਂ ਸਮਾਂ ਹੀ ਇੰਨਾ ਲੰਘ ਗਿਆ ਵੀ ਗੁਰੂ ਘਰ ਦੀ ਸੇਵਾ ਨਹੀਂ ਹੋਈ। ਹਾਂਜੀ, ਭਾਈ ਗੜੀਆ ਸੰਤ ਪ੍ਰਬੀਨ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਬਚਨ ਕਰ ਰਹੇ ਸਨ ਜੀ। ਤੇ ਸੰਗਤ ਚ ਕੌਣ ਬੈਠੇ ਸਨ? ਸੰਗਤ ਵਿੱਚ ਭਾਈ ਗੜੀਆ ਜੀ ਬੈਠੇ ਸੀਗੇ ਜੀ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਖਿਆ ਸੀ ਤੁਸੀਂ ਸਾਡਾ ਹੀ ਰੂਪ ਹੋ ਤੇ ਸਾਡੀ ਥਾਂ ਤੇ ਗੁਜਰਾਤ ਵਿੱਚ ਜਾਓ ਜੀ। ਤੇ ਪਾਕਿਸਤਾਨ ਦਾ ਇੱਕ ਨਗਰ ਹੈ ਗੁਜਰਾਤ, ਉੱਥੇ ਫਿਰ ਭਾਈ ਸਾਹਿਬ ਗਏ ਸੀਗੇ ਜੀ। ਉਹ ਭਾਈ ਗੜੀਆ ਜੀ ਸੰਗਤ ਵਿੱਚ ਬੈਠੇ ਸੀਗੇ। ਹਾਂਜੀ, ਤਿਸ ਕੀ ਦਿਸ਼ਾ ਬਿਲੋਕਨ ਕੀਨ। ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਗੜੀਆ ਜੀ ਵੱਲ ਦ੍ਰਿਸ਼ਟੀ ਪਾਈ ਜੀ। ਹਾਂਜੀ, ਕਹਿਓ ਤਾਹੇ ਸੋ ਤੁਮ ਅਬ ਜਾਵਹੁ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੜੀਆ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਕੁੱਲ ਬਹੁਤ ਸਤਿਕਾਰਯੋਗ ਹੈ ਤੇ ਉਹਨਾਂ ਦੇ ਕੋਲ ਹੁਣ ਤੁਸੀਂ ਜਾਓਗੇ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਹਿਲਾਂ ਐਸਾ ਕਾਰਜ ਹੁੰਦਾ ਸੀ ਤੇ ਮਹਾਰਾਜ ਬਾਬਾ ਬਿਧੀ ਚੰਦ ਜੀ ਨੂੰ ਭੇਜਦੇ ਹੁੰਦੇ ਸੀਗੇ ਜੀ। ਹਾਂਜੀ, ਬਾਬਾ ਬੁੱਢਾ ਜੀ ਨੂੰ ਲੈਣ ਭੇਜਿਆ ਬਾਬਾ ਬਿਧੀ ਚੰਦ ਜੀ ਨੂੰ। ਹਾਂਜੀ, ਹੁਣ ਭਾਈ ਗੜੀਆ ਜੀ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਜਾਓ। ਹਾਂਜੀ, ਕਹੇ ਆਨੰਦ ਕੋ ਹੇਠਾਂ ਲਿਆਵਹ। ਤੇ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਜੋ ਕਿ ਇਸ ਸਮੇਂ ਬਹੁਤ ਉਮਰ ਦੇ ਹਨ, ਬਾਬਾ ਆਨੰਦ ਜੀ, ਅੱਜ ਕੇ ਆਖੋ ਵਾਹਿਗੁਰੂ ਬਾਬਾ ਮੋਹਰੀ ਜੀ ਦੇ ਪੁੱਤਰ ਸਨ ਜੀ ਬਾਬਾ ਆਨੰਦ ਜੀ। ਬਾਬਾ ਆਨੰਦ ਜੀ ਉਹਨਾਂ ਨੂੰ ਸਾਡੇ ਕੋਲ ਸੱਦ ਕੇ ਲੈ ਕੇ ਆਓ। ਹਾਂਜੀ, ਸੇਵਕਾ ਲੈ ਕਰ ਸੰਗ ਸਦਾਵਹ। ਤੇ ਇਸ ਤਰ੍ਹਾਂ ਨਹੀਂ ਜਾਣਾ। ਕਹਿਣ ਲੱਗੇ ਇੱਥੋਂ ਪਾਲਕੀ ਲੈ ਕੇ ਜਾਓ। ਕਹਿਣ ਲੱਗੇ ਪਾਲਕੀ ਦੇ ਵਿੱਚ ਬਾਬਾ ਆਨੰਦ ਜੀ ਨੂੰ ਬਿਠਾ ਕੇ ਪੂਰੇ ਸਤਿਕਾਰ ਨਾਲ ਇੱਥੇ ਲੈ ਕੇ ਆਓ। ਹਾਂਜੀ, ਗੋਇੰਦਵਾਲ ਜਾਏ ਦਰਸਾਵਹ। ਹਾਂਜੀ,
ਇਮ ਆਨੰਦ ਕੈ ਸੰਗ ਬਖਾਨੋ ਤੇ ਜਾ ਕੇ ਆਨੰਦ ਜੀ ਨੂੰ ਸਾਡੇ ਵੱਲੋਂ ਬੇਨਤੀ ਕਰੋ ਕਹਿਣ ਲੱਗੇ। ਹਾਂਜੀ ਕਰਹੁ ਕਿਰਪਾ ਬਿਗਨ ਗਨਹਾਨੋ ਹਾਂਜੀ ਦਰਸ਼ਨ ਦੀਜੈ ਬਿਰਦ ਸੰਭਾਰੋ। ਦੇਖੋ ਮਹਾਰਾਜ ਦੀ ਨਿਮਰਤਾ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਆਪ ਗੁਰਦਾ ਗੱਦੀ ਤੇ ਨੇ, ਪਰ ਮਹਾਰਾਜ ਕਹਿਣ ਲੱਗੇ ਜਾਓ ਸਾਡੇ ਵੱਲੋਂ ਬਾਬਾ ਆਨੰਦ ਜੀ ਨੂੰ ਬੇਨਤੀ ਕਰੋ ਵੀ ਕਿਰਪਾ ਕਰੋ ਤੇ ਦਰਸ਼ਨ ਦਿਓ ਜੀ। ਹਾਂਜੀ ਆਵਹੁ ਇਹ ਠਾਂ ਬਿਲਮ ਬਿਸਾਰੋ ਤੇ ਬਿਨਾਂ ਦੇਰੀ ਤੋਂ ਸਾਡੇ ਕੋਲ ਇੱਥੇ ਆਓ ਕੀਰਤਪੁਰ ਸਾਹਿਬ ਵਿੱਚ। ਹਾਂਜੀ ਲਿਖੀ ਪੱਤਰਕਾ ਦੀਨ ਸਹਾਤ। ਮਹਾਰਾਜ ਨੇ ਆਪਣੇ ਹੱਥਾਂ ਨਾਲ ਬਾਬਾ ਆਨੰਦ ਜੀ ਨੂੰ ਚਿੱਠੀ ਲਿਖੀ ਜੀ, ਪੱਤਰਕਾ ਲਿਖੀ। ਉਹ ਪੱਤਰਕਾ ਬਾਬਾ ਗੜੀਆ ਜੀ ਨੂੰ ਦੇ ਦਿੱਤੀ ਜੀ। ਹਾਂਜੀ ਗਣਿਓ ਲੀਨ ਪਾਲਕੀ ਸਾਥ। ਤੇ ਇਹ ਪਾਲਕੀ ਲੈ ਗਏ ਬਾਬਾ ਜੀ, ਕੁਝ ਸੇਵਕ ਲੈ ਗਏ ਪਾਲਕੀ ਲੈ ਕੇ ਬਾਬਾ ਗੜੀਆ ਜੀ ਬਾਬਾ ਆਨੰਦ ਜੀ ਨੂੰ ਲੈਣ ਗਏ ਜੀ। ਹਾਂਜੀ ਸਣੈ ਸਣੈ ਪਰ ਗੋਇੰਦਵਾਲ। ਹੌਲੀ ਹੌਲੀ ਕਰਦਿਆਂ ਕਰਦਿਆਂ ਪਾਲਕੀ ਸਮੇਤ ਉਹ ਗੋਇੰਦਵਾਲ ਸਾਹਿਬ ਵਿੱਚ ਪਹੁੰਚ ਗਏ। ਹਾਂਜੀ ਮਿਲਿਓ ਆਏ ਗੜੀਆ ਤਿਸ ਕਾਲ। ਹਾਂਜੀ ਪਦ ਅਰਬਿੰਦ ਆਨੰਦ ਕੇ ਬੰਦੇ। ਤੇ ਜਾ ਕੇ ਬਾਬਾ ਆਨੰਦ ਜੀ ਦੇ ਘਰ ਵਿੱਚ ਗਏ ਜੀ। ਬਾਬਾ ਆਨੰਦ ਜੀ ਦੇ ਘਰ ਜਾ ਕੇ ਤੇ ਗੜੀਆ ਜੀ ਨੇ ਉਹਨਾਂ ਨੂੰ ਮੱਥਾ ਟੇਕਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਨਮਸਕਾਰ ਕੀਤੀ ਜੀ। ਕਾਰਨ ਪਤਾ ਕੀ ਹੈ? ਬਾਬਾ ਆਨੰਦ ਜੀ ਬਾਰੇ ਮੈਂ ਬੇਨਤੀ ਕਰਾਂ। ਇੱਕ ਜੋਗੀ ਆਇਆ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ। ਉਹਨੇ ਆ ਕੇ ਬੇਨਤੀ ਕੀਤੀ, ਮਹਾਰਾਜ ਲੋਕ ਮੈਨੂੰ ਬੜੇ ਮੱਥੇ ਟੇਕਦੇ ਨੇ, ਲੋਕ ਮੇਰਾ ਬੜਾ ਹੀ ਸਤਿਕਾਰ ਕਰਦੇ ਨੇ, ਮੈਨੂੰ ਮੰਨਦੇ ਨੇ, ਮੈਨੂੰ ਪੂਜਦੇ ਨੇ, ਪਰ ਸੱਚੇ ਪਾਤਸ਼ਾਹ ਸੱਚੀ ਗੱਲ ਇਹ ਹੈ ਲੋਕ ਹੀ ਸਤਿਕਾਰ ਕਰਦੇ, ਮੇਰੇ ਅੰਦਰ ਰਸ ਨਹੀਂ ਹੈਗਾ ਮਹਾਰਾਜ। ਮਹਾਰਾਜ ਮੈਨੂੰ ਆਨੰਦ ਕੋਈ ਨਹੀਂ ਆਉਂਦਾ। ਗੱਜ ਕੇ ਆਖੋ ਵਾਹਿਗੁਰੂ। ਇਹ ਵੀ ਵੱਡੀ ਭਾਗ ਵੀ ਕਿਸੇ ਨੂੰ ਨਿਤਨੇਮ ਕਰਦਿਆਂ ਕਰਦਿਆਂ ਆਨੰਦ ਆ ਜੇ ਜੀ, ਕਿਸੇ ਨੂੰ ਬਾਣੀ ਪੜ੍ਹਦਿਆਂ ਪੜ੍ਹਦਿਆਂ ਆਨੰਦ ਆ ਜੇ, ਆਨੰਦ ਦੀ ਸੋਝੀ ਮਿਲ ਜੇ ਵੀ ਆਨੰਦ ਵੀ ਕੁਛ ਹੁੰਦਾ ਜੀ। ਮਹਾਰਾਜ ਆਨੰਦ ਨਹੀਂ ਆਉਂਦਾ। ਮਹਾਰਾਜ ਕਹਿੰਦੇ ਭਾਈ ਜੀ ਇਸ ਉਮਰ ਵਿੱਚ ਤੇ ਆਨੰਦ ਲਿਖਿਆ ਹੀ ਨਹੀਂ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਜਿੰਨੀ ਉਮਰ ਹੈ ਇਹ ਜਿਹੜਾ ਜੀਵਨ ਹੈ ਹੁਣ ਤੇ ਆਨੰਦ ਨਹੀਂ ਹੈਗਾ। ਮਹਾਰਾਜ ਕਹਿਣ ਲੱਗੇ ਆਨੰਦ ਲੈਣਾ ਤੇ ਫਿਰ ਕਹਿਣ ਲੱਗੇ ਗੁਰੂ ਘਰ ਵਿੱਚ ਜਨਮ ਲੈ ਲਓ। ਗੁਰਮੁਖੋ ਉਹੋ ਹੀ ਫਿਰ ਜੋਗੀ ਜੀ ਬਾਬਾ ਮੋਹਰੀ ਜੀ ਦੇ ਘਰ ਵਿੱਚ ਪੁੱਤਰ ਬਣ ਕੇ ਪੈਦਾ ਹੋਏ ਜੀ। ਗੁਰੂ ਘਰ ਵਿੱਚ ਪੋਤਰਾ ਬਣਨਾ ਵੀ ਭਗਤੀ ਚਾਹੀਦੀ ਹੈ ਜੀ। ਹਾਂਜੀ ਉਹ ਪੁਰਾਤਨ ਭਗਤੀ ਸੀ, ਉਹਨੇ ਨਾਲ ਦੇ ਦਿੱਤਾ ਜੀ, ਸਾਥ ਦੇ ਦਿੱਤਾ। ਬਾਬਾ ਮੋਹਰੀ ਜੀ ਦੇ ਘਰ ਪੁੱਤਰ ਬਣ ਕੇ ਪੈਦਾ ਹੋਏ। ਜਦੋਂ ਉਹਨਾਂ ਦੀ ਖਬਰ ਮਿਲੀ ਨਾ ਜੀ, ਭਾਈ ਬੱਲੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਦੱਸਿਆ, ਮਹਾਰਾਜ ਵਧਾਈ ਹੋਵੇ, ਮਹਾਰਾਜ ਜੀ ਪੋਤਰਾ ਜੀ ਆਏ ਨੇ। ਸਤਿਗੁਰੂ ਜੀ ਕਹਿੰਦੇ ਪੋਤਰਾ ਜੀ ਨਹੀਂ ਆਏ, ਜੋਗੀ ਜੀ ਆਏ ਨੇ। ਅੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਜੋਗੀ ਆ ਜਿਹੜਾ ਆਨੰਦ ਲੱਭਦਾ ਸੀ। ਕਹਿਣ ਲੱਗੇ ਲਿਆਓ। ਉਹ ਛੋਟਾ ਜਿਹਾ ਸਰੀਰ ਲਪੇਟ ਕੇ ਲੈ ਕੇ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਉਚਾਰੀ, ਰਾਮ ਕਲੀ ਮਹੱਲਾ ਤੀਜਾ ਆਨੰਦ। ਬਾਣੀ ਦਾ ਨਾਮ ਹੀ ਆਨੰਦ ਰੱਖਿਆ। ਸਤਿਕਾਰ ਨਾਲ ਆਪਾਂ ਕਹਿੰਦੇ ਆ ਆਨੰਦ ਸਾਹਿਬ। ਨਾਮ ਰੱਖਿਆ ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜਿਆ ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਸ਼ਬਦੋ ਤਾਂ ਗਾਵੋ ਹਰੀ ਕੇਰਾ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਗੁਰਮੁਖੋ ਜ਼ਿੰਦਗੀ 'ਚ ਆਨੰਦ ਉਰੋਂ ਆਉਂਦਾ ਜਦੋਂ ਜ਼ਿੰਦਗੀ ਵਿੱਚ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਏ ਜੀ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਦਾ ਪਤਾ ਹੀ ਇੱਥੇ ਆ ਕੇ ਲੱਗਦਾ ਜੀ। ਆਨੰਦ ਕੀ ਹੈ? ਮਹਾਰਾਜ ਨੇ ਪੂਰੀਆਂ 40 ਪੌੜੀਆਂ ਉਚਾਰਨ ਕੀਤੀਆਂ ਤੇ ਭਾਈ ਬੱਲੂ ਜੀ ਨੂੰ ਆਖਿਆ ਵੀ ਲਿਖ ਲੋ ਤੇ ਢੋਲ ਵਜਾਓ ਉੱਤੇ ਤੇ ਨਾਲੇ ਕੋਠੇ ਤੇ ਚੜ ਕੇ ਪੂਰੀ ਬਾਣੀ ਨੂੰ ਗਾਓ। ਕਹਿਣ ਲੱਗੇ ਉੱਚੀ ਉੱਚੀ ਦੀ। ਹਾਂਜੀ ਉੱਥੇ ਹੀ ਬੜਾ ਬਹੁਤ ਸਿੱਖਿਆਦਾਇਕ ਹੈ ਬਾਣੀ। ਕਦੀ ਜ਼ਿੰਦਗੀ 'ਚ ਆਨੰਦ ਸਾਹਿਬ ਦੇ ਅਰਥ ਪੜ੍ਹ ਕੇ ਵੇਖਿਓ ਜੀ, ਬਹੁਤ ਕੁਝ ਹੋਏਗਾ। ਬੜੇ ਖੁਸ਼ੀ ਵਾਲੇ ਬਚਨ ਵੀ ਹੈਗੇ ਆਨੰਦ ਸਾਹਿਬ ਵਿੱਚ ਤੇ ਬੜੇ ਮਨ ਨੂੰ ਸਮਝਾਉਣ ਵਾਲੇ ਬਚਨ ਵੀ ਹੈਗੇ ਜੀ। ਖੁਸ਼ੀ ਵਾਲੇ ਸੁਣੋ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ।
ਤੇ ਫਿਰ ਸਿੱਖਿਆ ਵਾਲੇ ਵੀ ਹੈਗੇ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਹਾਂਜੀ, ਉੱਥੇ ਹੋਰ ਵੀ ਬਚਨ ਬੜੇ ਹੈਗੇ ਜੀ, ਬੜੀ ਸਿੱਖਿਆਦਾਇਕ ਬਾਣੀ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹ ਆਨੰਦ ਸਾਹਿਬ ਦੀ ਬਾਣੀ ਇੱਕ ਐਸੀ ਹੈ ਜਿਹਨੂੰ ਪੜ੍ਹਦਿਆਂ ਸਾਰੀ ਤਕਰੀਬਨ ਆਮ ਪੁਰਸ਼ ਨੂੰ ਵੀ ਸਮਝ ਆਉਣ ਲੱਗ ਪੈਂਦੀ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਸਰੀਰਾ ਮੇਰਿਆ, ਸਿੱਧੀ ਗੱਲ ਸਰੀਰ ਨਾਲ ਹੋ ਰਹੀ ਜੀ। ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਸਿੱਧੀ ਬਾਣੀ, ਸਰਲ ਸਮਝ ਆ ਰਹੀ ਜੀ। ਹਾਂਜੀ, ਸੋ ਮਹਾਰਾਜ ਨੇ ਉਰੋਂ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਦੋਂ ਇਹਨਾਂ ਦਾ ਜਨਮ ਹੋਇਆ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਬਾਬਾ ਆਨੰਦ ਜੀ ਨੇ, ਉਹਨਾਂ ਨੂੰ ਸੱਦਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਜੀ। ਬਾਬਾ ਜੀ ਭਾਈ ਗੜੀਆ ਜੀ ਮਿਲੇ, ਆ ਕੇ ਉਹਨਾਂ ਆਨੰਦ ਜੀ ਨੂੰ ਨਮਸਕਾਰ ਕੀਤੀ ਜੀ। ਹਾਂਜੀ, ਪਦ ਅਰਬਿੰਦ ਆਨੰਦ ਕੇ ਬੰਦੇ, ਹਾਂਜੀ, ਦਈ ਪੱਤਰ ਕਾ ਪਠੀ ਬਿਲੰਦੇ। ਨਮਸਕਾਰ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੱਥਾਂ ਦਾ ਲਿਖਿਆ ਹੋਇਆ ਪੱਤਰ ਬਾਬਾ ਜੀ ਨੂੰ ਦਿੱਤਾ ਜੀ। ਹਾਂਜੀ, ਲਿਖੀ ਪ੍ਰੇਮ ਕਰ ਬਾਂਚੀ ਜਬੈ, ਜਿਹਦੇ ਵਿੱਚ ਸੱਚੇ ਪਾਤਸ਼ਾਹ ਨੇ ਬੜੇ ਪ੍ਰੇਮ ਵਾਲੇ ਬਚਨ ਲਿਖੇ ਸਨ। ਬਾਬਾ ਆਨੰਦ ਜੀ, ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰਾ ਜੀ ਹੋ। ਸਾਨੂੰ ਜੰਗਾਂ ਯੁੱਧਾਂ ਦੇ ਸਮਾਂ ਬਹੁਤ ਹੋ ਗਿਆ, ਸੇਵਾ ਕਰਨ ਦਾ ਸਮਾਂ ਨਹੀਂ ਮਿਲਿਆ, ਸਾਨੂੰ ਇੱਥੇ ਦਰਸ਼ਨ ਦਿਓ। ਮਹਾਰਾਜ ਨੇ ਨਿਮਰਤਾ ਵਾਲੇ ਬਚਨ ਲਿਖੇ ਸਨ, ਦਰਸ਼ਨ ਦਿਓ। ਅਸੀਂ ਚਾਹੁੰਦੇ ਹਾਂ ਪ੍ਰੇਮ ਨਾਲ ਜਿੱਥੇ ਤੁਹਾਡੇ ਦਰਸ਼ਨ ਹੋਣ ਉੱਥੇ ਕੁਝ ਸਮਾਂ ਤੁਹਾਡੇ ਕੋਲ ਰਹਿ ਕੇ ਤੁਹਾਡੀ ਸੇਵਾ ਕਰੀਏ ਜੀ, ਤੁਹਾਨੂੰ ਆਪਣੇ ਕੋਲ ਰੱਖ ਕੇ ਜੀ। ਐਸੇ ਬਚਨ ਮਹਾਰਾਜ ਨੇ ਲਿਖੇ ਸਨ। ਬਾਬਾ ਆਨੰਦ ਜੀ ਨੇ ਸਾਰੇ ਬਚਨ ਪੜ੍ਹੇ ਜੀ। ਹਾਂਜੀ, ਮਗਨ ਆਨੰਦ ਆਨੰਦ ਸੋ ਤਬੈ। ਆਹ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਨੰਦ ਜੀ ਨੇ ਪੱਤਰ ਪੜ੍ਹਿਆ ਤੇ ਜਿਨ੍ਹਾਂ ਦਾ ਨਾਮ ਹੀ ਆਨੰਦ ਸੀ, ਜਿਨ੍ਹਾਂ ਕਰਕੇ ਬਾਣੀ ਰਚੀ, ਆਨੰਦ ਜੀ ਪੱਤਰ ਪੜ੍ਹਦਿਆਂ ਸਾਰੀ ਆਨੰਦ ਵਿੱਚ ਹੀ ਚਲੇ ਗਏ ਜੀ। ਆਨੰਦ ਵਿੱਚ ਹੀ ਚਲੇ ਗਏ। ਐਡਾ ਆਨੰਦ ਆਇਆ ਉਹਨਾਂ ਨੂੰ ਮਹਾਰਾਜ ਦਾ ਪੱਤਰ ਪੜ੍ਹ ਕੇ। ਬੜੀਆਂ ਬਖਸ਼ਿਸ਼ਾਂ ਸਨ ਜੀ ਉਸ ਪੱਤਰ ਵਿੱਚ ਜੀ। ਇੱਕਦਮ ਸਰੀਰ ਆਨੰਦ ਨਾਲ ਹੀ ਭਰ ਗਿਆ ਜੀ, ਰਸ ਨਾਲ ਸਰੀਰ ਭਰ ਗਿਆ ਮਹਾਰਾਜ ਜੀ ਦਾ ਪੱਤਰ ਪੜ੍ਹ ਕੇ ਜੀ। ਹਾਂਜੀ, ਗੁਰ ਲੀਲਾ ਕੇ ਚਲਤ ਵਿਚਾਰੇ, ਤੇ ਨਾਲੇ ਵਿਚਾਰ ਅੰਦਰ ਅੰਦਰ ਕਰਨ ਦੇ ਵੀ ਕੈਸੀ ਲੀਲਾ ਖੇਡਣ ਦੇ ਨੇ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਆਪਣ ਪਾਉ ਦੁਰਾਏ ਵਿਵਹਾਰੇ, ਆਪ ਖੁਦ ਪਰਮੇਸ਼ਰ ਰੱਬ ਹੋ ਕੇ ਮੈਨੂੰ ਕਹਿੰਦੇ ਦਰਸ਼ਨ ਦਿਓ। ਗੱਜ ਕੇ ਆਖੋ ਵਾਹਿਗੁਰੂ। ਆਪ ਖੁਦ ਰੱਬ ਹੋ ਕੇ ਮਨੁੱਖਾਂ ਵਾਲੇ ਕਰਮ ਕਰ ਰਹੇ ਨੇ, ਆਪ ਮਨੁੱਖਾਂ ਦੀ ਤਰ੍ਹਾਂ ਵਿੱਚ ਸੰਸਾਰ 'ਚ ਵਿਚਰ ਰਹੇ ਨੇ। ਆਪਣੇ ਆਪ ਨੂੰ ਦੁਰਾ ਕੇ ਰੱਖਿਆ, ਛੁਪਾ ਕੇ ਰੱਖਿਆ ਉਹਨਾਂ ਨੇ। ਹਾਂਜੀ, ਆਪਰ ਨਰਨ ਕੇ ਕਰਹਿ ਸਮਾਨ, ਹਾਂਜੀ, ਕਰਤਾ ਹਰਤਾ ਸਰਬ ਜਹਾਨ। ਬਾਬਾ ਆਨੰਦ ਜੀ ਇੰਨੇ ਆਨੰਦ ਵਿੱਚ ਚਲੇ ਗਏ, ਕਹਿਣ ਲੱਗੇ ਆਮ ਮਨੁੱਖਾਂ ਦੀ ਤਰ੍ਹਾਂ ਸੰਸਾਰ ਵਿੱਚ ਵਿਚਰਨ ਦੇ ਨੇ। ਸੰਸਾਰ ਦੇ ਕਰਤਾ ਨੇ ਗੁਰੂ ਹਰਗੋਬਿੰਦ ਸਾਹਿਬ। ਗੱਜ ਕੇ ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਇਹ ਬਾਬਾ ਆਨੰਦ ਜੀ ਕਹਿ ਰਹੇ, ਸੰਸਾਰ ਦੇ ਹਰਤਾ ਨੇ ਗੁਰੂ ਹਰਗੋਬਿੰਦ ਸਾਹਿਬ, ਪਾਪਾਂ ਦਾ ਨਾਸ਼ ਕਰਨ ਵਾਲੇ ਨੇ, ਕਰਤਾ ਹਰਤਾ ਸਰਬ ਜਹਾਨ। ਬਾਬਾ ਜੀ ਵਿਚਾਰਾ ਕਰਨ ਦੇ ਨੇ। ਚਿੱਠੀ ਪੜ੍ਹ ਕੇ ਇੰਨੇ ਆਨੰਦ ਵਿੱਚ ਹੋ ਗਏ ਬਾਬਾ ਜੀ, ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਗੱਜ ਕੇ ਆਖੋ ਵਾਹ। ਗੁਰਮੁਖੋ ਆਨੰਦ ਦੀ ਕਥਾ ਅਸੀਂ ਕਰ ਹੀ ਨਹੀਂ ਸਕਦੇ ਜੀ। ਦੁਨੀਆ ਦਾ ਕੋਈ ਵੀ ਗਿਆਨੀ ਆਨੰਦ ਦੀ ਕਥਾ ਨਹੀਂ ਕਰ ਸਕਦਾ। ਹਾਂ, ਸਤਿਗੁਰੂ ਜੀ ਦੀ ਕਿਰਪਾ ਨਾਲ ਆਨੰਦ ਮਾਣ ਜ਼ਰੂਰ ਸਕਦਾ ਜੀ। ਹਾਂਜੀ, ਕਥਾ ਨਹੀਂ ਕਰ ਸਕਦਾ ਜੀ। ਕੀ ਕਥਾ ਕਰ ਲਾਂਗੇ ਜੀ ਆਨੰਦ ਦੀ, ਜਿਹਦਾ ਆਪੋਜ਼ਿਟ ਵਰਡ ਹੀ ਕੋਈ ਨਹੀਂ ਹੈਗਾ ਜੀ। ਹਾਂਜੀ, ਆਨੰਦ ਤੇ ਆਨੰਦ ਨਾਲ ਬਾਬਾ ਆਨੰਦ ਜੀ ਭਰ ਗਏ। ਉਹ ਸ਼ੁਰੂ ਤੋਂ ਆਨੰਦ ਹੀ ਲੈਣ ਦੇ ਸੀਗੇ ਜੀ। ਹਾਂਜੀ, ਉਹ ਜਿਹੜਾ ਪਿਛਲੀ ਵਾਰੀ ਜੋ ਪਿਛਲੇ ਜਨਮ 'ਚ ਬੇਨਤੀ ਕੀਤੀ ਵੀ ਆਨੰਦ ਨਹੀਂ ਆਉਂਦਾ ਜੀ, ਹੁਣ ਜ਼ਿੰਦਗੀ 'ਚ ਆਨੰਦ ਹੀ ਲਿਆ ਤੇ ਰੱਜ ਰੱਜ ਕੇ ਆਨੰਦ ਲਿਆ ਜੀ ਉਹਨਾਂ ਨੇ ਜੀ। ਹਾਂਜੀ, ਹੁਣ ਇਹਦੇ ਤੋਂ ਅਗਲਾ ਜਿਹੜਾ ਪ੍ਰਸੰਗ ਹੈ, ਬਾਬਾ ਆਨੰਦ ਜੀ ਫਿਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ। ਜਦੋਂ ਆਉਣਾ, ਇਹਨਾਂ ਦੀ ਪਾਲਕੀ ਨੂੰ ਫਿਰ ਸਤਿਗੁਰਾਂ ਨੇ ਆਪ ਮੋਢਾ ਦੇਣਾ ਜੀ। ਹਾਂਜੀ, ਆਪ ਮੋਢਾ ਦੇਣਾ ਸੱਚੇ ਪਾਤਸ਼ਾਹ ਨੇ।
ਸੋ ਉਹ ਹੁਣ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਜ਼ਿੰਦਗੀ 'ਚ ਸਾਨੂੰ ਵੀ ਆਨੰਦ ਦੀ ਦਾਤ ਦੇਣ। ਗੱਜ ਕੇ ਆਖੋ ਵਾਹਿਗੁਰੂ। ਵੈਸੇ ਆਨੰਦ ਸਾਹਿਬ ਜੀ ਦੀ ਬਾਣੀ ਕੋਈ ਬੜੇ ਪ੍ਰੇਮ ਨਾਲ ਪੜ੍ਹੀ ਜਾਵੇ, ਪੜ੍ਹੀ ਜਾਵੇ, ਪੜ੍ਹੀ ਜਾਵੇ, ਉਹਦੀ ਜ਼ਿੰਦਗੀ 'ਚ ਆਨੰਦ ਹੀ ਆ ਜਾਂਦਾ ਜੀ। ਇਹ ਬਾਣੀ ਹੈਗੀ ਆਨੰਦ ਲਈ ਉਚਾਰੀ ਮਹਾਰਾਜ ਨੇ, ਐਵੇਂ ਥੋੜੋ ਨਾਮ ਆਨੰਦ ਰੱਖਿਆ ਜੀ ਇਹਦਾ ਜੀ। ਇਹ ਬਾਣੀ ਆਨੰਦ ਵਾਸਤੇ ਉਚਾਰਨ ਕੀਤੀ, ਆਨੰਦ ਆਵੇ ਜੀ। ਜਿੰਨਾ ਚਿਰ ਤੱਕ ਸਿੱਖ ਦੀ ਜ਼ਿੰਦਗੀ 'ਚ ਆਨੰਦ ਨਹੀਂ ਹੈ, ਕੰਮ ਅਧੂਰਾ ਹੈ। ਉਹਦਾ ਕਾਰਨ ਇਹ ਹੈ, ਘਰ ਵਿੱਚ ਜਵਾਨ ਬੱਚੇ ਦੀ ਸ਼ਾਦੀ ਹੋਵੇ, ਸਾਰੇ ਕਾਰਜ ਹੋਣ, ਆਨੰਦ ਸਾਹਿਬ ਜ਼ਰੂਰੀ ਹੈ। ਇਹਦਾ ਮਤਲਬ ਆਨੰਦ ਦੀ ਅਵਸਥਾ ਜ਼ਰੂਰੀ ਹੈ। ਤੇ ਬਜ਼ੁਰਗ ਮਾਰ ਜੇ ਝਾਲਾ ਤੇ ਤਾਂ ਵੀ ਆਨੰਦ ਸਾਹਿਬ ਦਾ ਪਾਠ ਜ਼ਰੂਰੀ ਹੈ ਜੀ। ਅਰਦਾਸ ਕਰਨ ਤੋਂ ਪਹਿਲਾਂ ਆਨੰਦ ਸਾਹਿਬ ਕਰਨਾ ਪਏਗਾ ਜੀ। ਮਰਜ਼ਾਦਾ ਗੁਰੂ ਘਰ ਦੀ ਬਣੀ ਹੋਈ ਜੀ। ਹਾਂਜੀ, ਇਹ ਆਨੰਦ ਦੀ ਕਥਾ ਨਹੀਂ ਹੋ ਸਕਦੀ, ਗੁਰੂ ਜੀ ਦੀ ਕਿਰਪਾ ਨਾਲ ਮਾਣਿਆ ਜਾ ਸਕਦਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਭ ਸੰਗਤਾਂ ਉਚਾਰਨ ਕਰੋ ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।